हाँ जी, अस्सलाम वालेकुम। तुसीं देख रहे हो ABC पंजाबी। लो जी मैं वीडियो लैके जिधर मैं तुहानूं शेयर करांगा चीकू जी मैरची दा चैप्टर नंबर 17 में। ते चीकू जी दी मैरची दा चैप्टर नंबर 17 ਅਸੀਂ ਅੱਜ ਸ਼ੁਰੂ ਕਰਾਂਗੇ। ਪਹਿਲਾ ਪਾਰਟ ਹੈ ਤੇ ਜਿਹਦੇ ਵਿੱਚ ਮੈਂ ਸਭ ਤੋਂ ਪਹਿਲੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਜ਼ੋਨਾ ਫਰਾਂਕਾ। ਜ਼ੋਨਾ ਫਰਾਂਕਾ ਕੀ ਹੈ ਇਹਦੇ ਬਾਰੇ ਅਸੀਂ ਇੱਕ ਪੋਰਟੋ ਫਰਾਂਕਾ ਔਰ ਜ਼ੋਨਾ ਫਰਾਂਕਾ ਇਹਦੇ ਬਾਰੇ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਾਂਗਾ। ਜ਼ੋਨਾ ਫਰਾਂਕਾ ਉਹ ਏਰੀਆ ਹੁੰਦਾ ਜਿੱਥੇ ਕਿ ਜਿਹੜਾ ਕਿ ਇਟਾਲੀਅਨ ਗੌਰਮੈਂਟ ਦੇ ਅੰਡਰ ਤੋਂ ਹੁੰਦਾ ਹੈ, ਲੇਕਿਨ ਇਟਾਲੀਅਨ ਗੌਰਮੈਂਟ ਦੇ ਕਾਨੂੰਨ ਉੱਥੇ ਲਾਗੂ ਨਹੀਂ ਹੁੰਦੇ ਹੈਗੇ। ਮਿਸਾਲ ਤੌਰ 'ਤੇ ਫॉर ਐਗਜ਼ਾਮਪਲ ਸਭ ਤੋਂ ਪਹਿਲੀ ਮੇਨ ਚੀਜ਼ ਜਿਹੜੀ ਟੈਕਸ ਵਗੈਰਾ, ਜਿਹੜਾ ਅਸੀਂ ਸਾਰੇ ਇਟਲੀ ਦੇ ਵਿੱਚ ਹਰ ਬੰਦਾ ਟੈਕਸ 22% ਪੇ ਕਰ ਲੱਗੇ ਹੈ। 22% ਵੀ ਪ੍ਰੋਪਰ ਟਾਈਪ 22% ਟੈਕਸ ਨਹੀਂ ਹੁੰਦਾ। ਇਹ ਵੀ ਦੇਖੋ ਜੀ, ਹਰ ਚੀਜ਼ ਦਾ ਟੈਕਸ ਹੁੰਦਾ ਹੈ ਤੇ 22% ਪ੍ਰੋਪਰ ਜਿਹੜਾ ਕਹਿੰਦੇ ਆ ਨਾ ਅਸੀਂ ਟੈਕਸ ਉਹ 22% ਯਾਨੀ ਕਿ ਕਈ ਥਾਵਾਂ 'ਤੇ ਘੱਟ ਵੀ ਹੁੰਦਾ ਹੈ, ਠੀਕ ਹੈ, ਕਈਆਂ ਥਾਵਾਂ 'ਤੇ ਵੱਧ ਵੀ ਹੁੰਦਾ, ਲੇਕਿਨ 22% ਵੀ ਜਿਹੜਾ ਕਹਿੰਦੇ ਆ 22% ਨਹੀਂ ਹੁੰਦਾ। ਇਹ ਵੀ ਕਿਉਂ ਨਹੀਂ 22% ਹੁੰਦਾ? ਪਹਿਲੇ ਅਸੀਂ ਟੈਕਸ ਨੂੰ ਸਮਝੀਏ। ਮੰਨ ਲਓ ਜੀ ਅਸੀਂ ਇੱਕ ਚੀਜ਼ ਪ੍ਰੋਡਿਊਸ ਕਰਨੀ ਹੈ, ਠੀਕ ਹੈ। ਪ੍ਰੋਡਕਸ਼ਨ ਲਈ ਇੱਕ ਮੰਨ ਲਓ ਪਾਸਤੇ ਲਈ ਅਸੀਂ ਆਟਾ ਇੱਕ ਥਾਂ ਤੋਂ ਚੁੱਕਦੇ ਹਾਂ, ਜਿੱਥੋਂ ਅਸੀਂ ਆਟਾ ਖਰੀਦਾਂਗੇ ਪਾਸਤੇ ਲਈ ਉੱਥੇ 22% ਟੈਕਸ ਉਹਦਾ ਆਟੇ ਦਾ ਪੇ ਆਲਰੇਡੀ ਅਸੀਂ ਕਰ ਦਿਆਂਗੇ, ਠੀਕ ਹੈ। ਆਟਾ ਅਸੀਂ ਚੱਕ ਕੇ ਲੈ ਆਉਂਦੇ ਘਰੇ, ਆਟੇ ਵਿੱਚ ਹੋਰ ਕੀ ਨਮਕ ਚੀਨੀ ਇਹ ਉਹ ਜੋ ਵੀ ਚੀਜ਼ਾਂ ਪੈਣੀਆਂ ਨੇ, ਠੀਕ ਹੈ, ਉਹ ਸਾਰਾ ਕੁਛ ਜੇ ਅਗੂ ਦੁੱਧ ਫਰਮਾਜ ਵਗੈਰਾ ਲਈ ਯੂਜ਼ ਹੋਣਾ, ਠੀਕ ਹੈ, ਉਹ ਸਾਰਾ ਕੁਝ ਜਿੱਥੋਂ ਅਸੀਂ ਖਰੀਦਣਾ ਉਹਦਾ ਆਲਰੇਡੀ ਅਸੀਂ 22% ਟੈਕਸ ਪੇ ਕਰਕੇ ਆ ਚੁੱਕੇ ਹੋਣੇ ਆ। ਜਦ ਤੁਹਾਡੇ ਕੋਲ ਚੀਜ਼ ਆਉਂਦੀ ਹੈ ਤਾਂ ਇਹ ਨਹੀਂ ਮਤਲਬ ਹੈ ਤੁਹਾਡੇ ਕੋਲ ਚੀਜ਼ ਜਾ ਕੇ ਤੁਸੀਂ ਪ੍ਰੋਡਿਊਸ ਕਰਨੀ ਉਹਦਾ ਉਹਦੀ ਕੀਮਤ ਜ਼ੀਰੋ ਤੋਂ ਆਈ ਹੈ, ਟੈਕਸ ਫਰੀ ਆਈ ਹੈ, ਉਹ ਤੁਸੀਂ ਟੈਕਸ ਆਲਰੇਡੀ ਪੇ ਕਰਕੇ ਆਏ ਹੁੰਦੇ ਹੋ। ਫਿਰ ਜਦ ਤੁਸੀਂ ਆ ਕੇ ਪਾਸਤਾ ਪ੍ਰੋਡਿਊਸ ਕਰਦੇ ਹੋ, ਬਣਾਉਂਦੇ ਹੋ, ਪਾਸਤਾ ਪ੍ਰੋਡਿਊਸ ਕਰਕੇ ਇਹ ਨਹੀਂ ਹੈ ਕਿ ਤੁਸੀਂ ਪ੍ਰੋਡਿਊਸ ਕਰ ਸਕਦੇ ਤੁਹਾਨੂੰ ਪੈਸੇ ਮਿਲ ਜਾਣਗੇ ਜਾਂ ਬਚਤ ਮਿਲ ਜਾਏਗੀ। ਉਹਦੇ ਵਿੱਚ ਜਦ ਤੁਸੀਂ ਪ੍ਰੋਡਿਊਸ ਕਰਕੇ ਤੁਸੀਂ ਵੇਚਣਾ ਹੈ ਅਤੇ ਫਿਰ ਤੁਸੀਂ 22% ਜਿਹੜਾ ਟੈਕਸ ਵਿੱਚ ਗੌਰਮੈਂਟ ਦਾ ਰੱਖ ਕੇ ਫਿਰ ਤੁਸੀਂ ਆਪਣਾ ਪ੍ਰੋਡਕਟ ਅੱਗੇ ਵੇਚਣਾ ਹੈ। ਜਦ ਆਪਣਾ 22% ਟੈਕਸ ਰੱਖੋਗੇ ਫਿਰ ਪ੍ਰੋਡਕਟਸ ਆਪਣੇ ਵੇਚੋਗੇ ਅੱਗੇ, ਪ੍ਰੋਡਕਟਸ ਜਿਹੜੇ ਤੁਹਾਡੇ ਨੇ ਹੋਰ ਮਹਿੰਗੇ ਹੋ ਗਏ। ਫਿਰ ਅੱਗੇ ਜਾ ਕੇ ਦੁਕਾਨਦਾਰ ਨੂੰ ਵਿਕਣੇ ਨੇ ਉਹ ਚੀਜ਼ਾਂ, ਉਹ ਦੁਕਾਨਦਾਰ ਨੇ ਖਰੀਦਣੀਆਂ ਨੇ 22% ਬਮਾ ਟੈਕਸ ਦੇ। ਫਿਰ ਉਹਨਾਂ ਨੇ ਅੱਗੋਂ ਹੋਰ ਜਿਹੜੇ ਆਮ ਮੇਰੇ ਤੁਹਾਡੇ ਵਰਗੇ ਕਸਟਮਰ ਹੋਣਗੇ ਉਹਨਾਂ ਨੂੰ ਵੇਚਣਗੇ ਉਹ ਹੀ ਪਾਸਤੇ ਦੇ ਪੈਕਟ, ਜਿਹੜਾ ਕਿ ਆਟਾ ਖਰੀਦਣ ਲਈ ਵੀ 22% ਟੈਕਸ, ਹੋਰ ਜਿੰਨੀਆਂ ਉਹਦੀਆਂ ਚੀਜ਼ਾਂ ਪੈਂਦੀਆਂ ਸੀ 22% ਟੈਕਸ ਪੇ ਕਰਕੇ ਅਸੀਂ ਲਿਆ, ਔਰ ਉਹਨੂੰ ਬਣਾਇਆ ਬਣਾ ਕੇ ਫਿਰ ਵੇਚਿਆ 22% ਟੈਕਸ ਵਿੱਚ ਪਲੱਸ ਪਾ ਕੇ ਗੌਰਮੈਂਟ ਦਾ। ਫਿਰ ਉਸ ਤੋਂ ਬਾਅਦ ਵੇਚਣ ਤੋਂ ਬਾਅਦ ਜਿਸ ਦੁਕਾਨ ਦੇ ਉੱਤੇ ਗਏ, ਜਿਹੜੇ ਦੁਕਾਨਦਾਰ ਵੇਚ ਰਿਹਾ ਹੈ ਇੱਕ ਆਮ ਬੰਦੇ ਨੂੰ, ਮਜ਼ਦੂਰ ਨੂੰ, ਮਿਸਤਰੀ ਨੂੰ, ਹਰ ਇੱਕ ਬੰਦੇ ਨੂੰ ਜਿਹੜਾ ਵੇਚ ਰਿਹਾ ਉਹ ਵੀ 22% ਟੈਕਸ ਦੇ ਨਾਲ ਹੀ ਉਹਨਾਂ ਨੂੰ ਵੇਚ ਰਿਹਾ, ਠੀਕ ਹੈ ਜੀ। ਯਾਨੀ ਕਿ ਇਹ ਬਾਈ ਟੈਕਸ ਜਿਹੜਾ ਮੁੱਕਣ ਵਾਲਾ ਖਾਤਾ ਨਹੀਂ ਹੁੰਦਾ। ਇਹ ਵੀ ਕੁਛ ਮੈਂ ਹੁਣ ਚੀਜ਼ਾਂ ਤੁਹਾਨੂੰ ਇੱਥੇ ਦੱਸਣ ਜਾ ਰਿਹਾ ਜਿਹੜੀ ਇਟਲੀ ਦੇ ਵਿੱਚ ਨੇ, ਜਿਹੜੇ ਕਿ ਟੈਕਸ ਵਗੈਰਾ ਨਹੀਂ ਪੇ ਕਰਦੇ ਹੈ ਵੀ ਇਟਾਲੀ ਦੇ ਅੰਡਰ ਹੋ ਕੇ ਗੌਰਮੈਂਟ ਦੇ, ਲੇਕਿਨ ਉਹ ਗੌਰਮੈਂਟ ਦੇ ਕਾਨੂੰਨ ਨਹੀਂ ਮੰਨਦੇ ਹੈ। ਜਿਵੇਂ ਕਿ ਲਿਵੇਨਿਓ, ਹਾਂਜੀ ਲਿਵੇਨਿਓ ਜਿਹੜਾ ਹੈ ਇਹਨੂੰ ਜ਼ੋਨਾ ਫਰਾਂਕਾ ਕਹਿੰਦੇ ਨੇ। ਲਿਵੇਨਿਓ ਇੱਕ ਉਹ ਪਾਰਟ ਹੈ ਜਾਂ ਉਹ ਏਰੀਆ ਹੈ ਇਟਲੀ ਦਾ ਜਿੱਥੇ ਕਿ ਟੈਕਸ ਬਿਲਕੁਲ ਨਹੀਂ ਹੁੰਦਾ ਹੈ ਵੀ, ਠੀਕ ਹੈ। ਯਾਨੀ ਕਿ ਜਿੱਥੇ ਤੁਸੀਂ ਜਾਓਗੇ ਪੈਟਰੋਲ ਵੀ ਸਸਤਾ ਹੋਵੇਗਾ, ਜਿੱਥੇ ਜਾਓਗੇ ਤੁਸੀਂ ਤੁਹਾਨੂੰ ਪਰਫਿਊਮ ਵਗੈਰਾ ਵੀ ਸਸਤੀ ਮਿਲੇਗੀ, ਚੀਨੀ ਵੀ ਔਰ ਨਮਕ ਵੀ, ਠੀਕ ਹੈ ਜੀ, ਔਰ ਸਿਗਰਟਸ ਵਗੈਰਾ ਵੀ ਜਾਂ ਅਲਕੋਹਲ ਦੇ ਪ੍ਰੋਡਕਟਸ ਵਗੈਰਾ ਜੋ ਵੀ ਹੁੰਦੇ ਨੇ ਉੱਥੇ ਉਹ ਸਾਰੇ ਸਸਤੇ ਹੋਣਗੇ ਕਿਉਂਕਿ ਪਲੱਸ 22% ਟੈਕਸ ਨਹੀਂ ਹੋਣਾ। ਹੁਣ ਇਹਦੇ ਵਿੱਚ ਕਾਨੂੰਨ ਕੁਛ ਹੁੰਦੇ ਨੇ, ਜਦ ਤੁਸੀਂ ਜ਼ੋਨਾ ਜਿਹੜਾ ਫਰਾਂਕਾ ਹੈ ਉੱਥੋਂ ਜਦ ਚੀਜ਼ ਤੁਸੀਂ ਲੈ ਕੇ ਆਉਂਦੇ ਹੋ ਨਾਰਮਲ ਇਟਲੀ ਦੇ ਵਿੱਚ ਜਿੱਥੇ ਟੈਕਸ ਵਗੈਰਾ ਪੇ ਹੁੰਦੇ ਨੇ, ਉੱਥੇ ਇੱਕ ਲਿਮਿਟ ਹੈਗੀ ਹੈ ਸਪੈਸੀਫਿਕ ਜਿਹੜੀ ਤੁਸੀਂ ਚੀਜ਼ਾਂ ਬਾਹਰ ਲੈ ਕੇ ਆ। ਫੋਰ ਐਗਜ਼ਾਮਪਲ ਇੱਕ ਸਕੋਤਰੀਨੋ ਦੇ ਉੱਤੇ ਮੈਕਸੀਮਮ 10 ਚੀਨੀ ਦੇ ਪੈਕਟ ਲੈ ਕੇ ਆ ਸਕਦੇ ਹੋ, ਜਾਂ ਫਿਰ ਇਸੇ ਤਰ੍ਹਾਂ ਲਿਮਿਟਿਡ ਪਰਫਿਊਮਾਂ, ਲਿਮਿਟਿਡ ਸਿਗਰਟ ਲੈ ਕੇ ਆ ਸਕਦੇ ਹੋ। ਜ਼ਿਆਦਾ ਚੀਜ਼ਾਂ ਤੁਸੀਂ ਖਰੀਦ ਕੇ ਨਹੀਂ ਲਿਆ ਸਕਦੇ। ਇਸ ਤਰ੍ਹਾਂ ਕੁਛ ਜ਼ੋਨੇ ਹੁੰਦੇ ਨੇ ਪੋਰਟੋ ਫਰਾਂਕਾ, ਜਿਵੇਂ ਕਿ ਇਹ ਪੋਰਟੋ ਫਰਾਂਕਾ ਵੇਨਿਸ ਦੇ ਨਜ਼ਦੀਕ ਹੈ। ਰੇਸਤੇ ਦੇ ਕੋਲ ਇੱਕ ਜ਼ੋਨਾ ਹੈਗਾ ਜਿਹੜਾ ਪੋਰਟੋ ਫਰਾਂਕਾ 'ਚ ਆਉਂਦਾ, ਜਿਹੜਾ ਕਿ ਜ਼ੋਨਾ ਬਿਲਕੁਲ ਦੂਜੀ ਨਾਲ ਵਾਲੀ ਕੰਟਰੀ ਦੇ ਅੰਡਰ ਮੰਨਿਆ ਜਾਂਦਾ, ਠੀਕ ਹੈ। ਲੇਕਿਨ ਇਹ ਜ਼ੋਨੇ ਵੀ ਉਹ ਨੇ ਜਿਹੜੇ ਇਟਲੀ ਦੇ ਅੰਡਰ ਵੀ ਆਉਂਦੇ ਨੇ, ਜਿਹੜੇ ਕਿ ਟੈਕਸ ਵਗੈਰਾ ਪ੍ਰੋਪਰ ਪੇ ਨਹੀਂ ਕਰਦੇ ਹੈ ਵੀ। ਟੈਕਸ ਬਿਲਕੁਲ ਜ਼ੀਰੋ ਹੁੰਦਾ ਇਹਨਾਂ ਏਰੀਆ ਵਿੱਚ, ਟੈਕਸ ਬਿਲਕੁਲ ਨਹੀਂ ਹੁੰਦਾ, ਇਸ ਕਰਕੇ ਚੀਜ਼ਾਂ ਸਸਤੀਆਂ ਹੁੰਦੀਆਂ ਨੇ। ਤੁਸੀਂ ਇਹਨਾਂ ਵਿੱਚੋਂ ਬਾਹਰ ਵੀ ਲੈ ਕੇ ਆਓਗੇ ਚੀਜ਼ਾਂ ਤਾਂ ਬਹੁਤ ਜ਼ਿਆਦਾ ਤੁਹਾਨੂੰ ਖੜੀ, ਇਹਨਾਂ ਨੂੰ ਕਹਿੰਦੇ ਨੇ ਜ਼ੋਨੇ ਐਕਸਟਰਾ ਦੁਕਾਨਾਂ ਲਈ, ਠੀਕ ਹੈ ਜੀ। ਅਤੇ ਕੜੀ ਤੁਹਾਡੀ ਤਲਾਸ਼ੀ ਹੋਵੇਗੀ ਚੀਜ਼ਾਂ ਦੀ ਔਰ ਸਮਾਨ ਤੁਹਾਡਾ ਕਾਊਂਟ ਕੀਤਾ ਜਾਏ। ਫੋਰ ਐਗਜ਼ਾਮਪਲ ਤੁਸੀਂ ਚੀਨੀ ਲੈ ਕੇ ਆਉਂਦੇ ਹੋ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ 10 ਚੀਨੀ ਦੇ ਪੈਕਟ ਤੋਂ ਜ਼ਿਆਦਾ ਲੈ ਕੇ ਆ ਸਕਦੇ ਆ ਵੀ, ਅਤੇ 10 ਜੇ ਲੈ ਕੇ ਆਓਗੇ ਉਹਨਾਂ ਦੇ ਐਕਸਟਰਾ ਟੈਕਸ ਵਗੈਰਾ ਪੇ ਕਰਨਾ ਪੈਂਦਾ ਹੁੰਦਾ। ਜੇ ਸਿਗਰਟ ਐਕਸਟਰਾ ਜ਼ਿਆਦਾ ਲੈ ਕੇ ਆਓਗੇ, ਇੱਕ ਮੰਨ ਲਓ ਇੱਕ ਡੰਡਾ ਦੀ ਜਿਹੜਾ ਹੋਵੇ, 1-2 ਡੰਡਾ ਜਿਹੜਾ
ਆਪਣੇ ਇਸਤੇਮਾਲ ਲਈ ਲੈ ਕੇ ਆਉਂਦੇ ਹੋ ਸਿਗਰਟ ਦਾ, ਉਹਦੇ ਇਸ ਲਿਆਉਣ ਲਈ ਟੈਕਸ ਨਹੀਂ ਐਕਸਟਰਾ ਹੋਣ ਲੱਗਾ। ਲੇਕਿਨ ਜੇ ਜ਼ਿਆਦਾ ਲੈ ਕੇ ਆਓਗੇ ਫਿਰ ਮੰਨਿਆ ਜਾਏਗਾ ਕਾਰੋਬਾਰ ਲਈ ਕਰ ਰਹੇ ਹੋ ਤੁਸੀਂ, ਉਹਦਾ ਫਿਰ ਟੈਕਸ ਤੁਹਾਨੂੰ ਪ੍ਰੋਪਰ ਪੇ ਕਰਨਾ ਪਵੇਗਾ ਜ਼ਿਆਦਾ। ਅਤੇ ਇਹ ਜ਼ੋਨਾ ਫਰਾਂਕਾ ਇਹਦੇ ਤੋਂ ਇਲਾਵਾ ਅਸੀਂ ਗੱਲ ਕਰਨੀ ਹੈ ਦੂਜੇ ਨੰਬਰ 'ਤੇ ਯੂਨੀਅਨ ਦੁਗਨਾਲੀ। ਜਿਹੜਾ ਯੂਨੀਅਨ ਦੁਗਨਾਲੀ ਹੈ ਯੂਰਪ ਹੈ ਨਾ, ਜਿਹੜਾ ਇਹਦੇ ਵਿੱਚ ਜਿੱਥੇ ਜਿੱਥੇ ਵੀ ਦੋਗਾਨਾ ਲੱਗਦਾ ਇਟਲੀ ਨੂੰ ਜਾਂ ਯੂਰਪੀਅਨ ਕਿਸੇ ਵੀ ਕੰਟਰੀ ਨੂੰ, ਇਹਦੇ ਜਿਹੜੇ ਟੈਕਸ ਦਾਜ਼ ਜਿਹੜੇ ਹੁੰਦੇ ਨੇ, ਜਿਵੇਂ ਟੂਲ ਟੈਕਸ ਹੁੰਦਾ ਹੈ, ਠੀਕ ਹੈ, ਇਸੇ ਤਰ੍ਹਾਂ ਦੋਗਾਨਾ ਦਾ ਟੈਕਸ ਹੁੰਦਾ ਜਿਹਨੂੰ ਦਾਜ਼ ਹੀ ਕਹਿੰਦੇ ਨੇ, ਠੀਕ ਹੈ। ਜਿਹੜਾ ਯੂਰਪੀਅਨ ਯੂਨੀਅਨ ਦੇ ਬਾਰਡਰਾਂ 'ਤੇ ਲੱਗੇਗਾ ਨਾ ਕਿਸੇ ਵੀ ਮੁਲਕ ਦੇ, ਉਹਦੀ ਜਿਹੜੀ ਪ੍ਰਾਈਸ ਹੈ ਸਟੇਬਲ ਕੀਤੀ ਜਾਏਗੀ ਯੂਰਪੀਅਨ ਯੂਨੀਅਨ ਦੀ ਤਰਫੋਂ। ਉਹ ਹਰ ਮੁਲਕ ਆਪਣੇ ਆਪਣੇ ਪੈਸੇ ਜਿਹੜੇ ਨੇ ਆਪਣਾ ਆਪਣਾ ਟੈਕਸ ਲਾਗੂ ਨਹੀਂ ਕਰ ਸਕਦਾ ਹੈ ਵੀ, ਇਸ ਕਰਕੇ ਇਹ ਕਿਧਰੇ ਵੀ ਫਿਕਸ ਨਹੀਂ ਹੈ ਵੀ ਆ ਕਿਸੇ ਮੁਲਕ ਦੀ ਤਰਫੋਂ। ਇਹ ਜਿੱਥੇ ਜਿੱਥੇ ਵੀ ਹੈ ਨੇ ਯੂਨੀਅਨ ਯੂਰੋਪਾ ਦੇ ਵਿੱਚ ਜਿਹੜੇ ਦੁਗਾਨਾ ਹੈ ਨੇ, ਦੁਗਾਨਾ ਲੱਗਦੇ ਨੇ, ਯਾਨੀ ਯੂਰਪੀਅਨ ਯੂਨੀਅਨ ਤੋਂ ਬਾਹਰ। ਯੂਰਪੀਅਨ ਯੂਨੀਅਨ ਵਿੱਚ ਤਾਂ ਦੁਗਾਨਾ ਹੈ ਹੀ ਨਹੀਂ। ਯੂਰਪੀਅਨ ਯੂਨੀਅਨ ਤੋਂ ਬਾਹਰ ਜਿੱਥੇ ਵੀ ਦੁਗਾਨਾ ਲੱਗਦੇ ਨੇ, ਉਹਨਾਂ ਕੰਟਰੀਆਂ ਦੇ ਵਿੱਚ ਜਾਣ ਆਉਣ ਲਈ ਜਦ ਦੁਕਾਨਾਂ ਦਾ ਟੈਕਸ ਵਗੈਰਾ ਪੇ ਕਰਨਾ ਹੈ, ਉਹ ਸਟੇਬਲ ਕੀਤਾ ਜਾਏਗਾ ਯੂਰਪੀਅਨ ਯੂਨੀਅਨ ਦੀ ਤਰਫੋਂ ਕਿ ਆਪਣਾ ਮੁਲਕ ਆਪਣੇ ਹਿਸਾਬ ਦਾ ਟੈਕਸ ਜਿਹੜਾ ਹੈ ਉਹ ਲਾਗੂ ਨਹੀਂ ਕਰ ਸਕਦਾ ਹੈ ਵੀ। ਅਤੇ ਯੂਰਪੀਅਨ ਯੂਨੀਅਨ ਵਿੱਚ ਯੂਰਪੀਅਨ ਕੰਟਰੀਆਂ ਵਿੱਚ ਦੂਸਰੀ ਕੰਟਰੀਆਂ ਵਿੱਚ ਤੁਸੀਂ ਜਾਂਦੇ ਤਾਂ ਉਹਦੇ ਵਿੱਚ ਟੈਕਸ ਬਿਲਕੁਲ ਨਹੀਂ ਹੈ ਵੀ। ਇਹ ਕਿਤੇ ਵੀ ਕੁਐਸਚਨ ਆਉਣ ਜੇ ਤੁਸੀਂ ਟੈਕਸ ਥੋੜ੍ਹਾ ਦੇਣਾ, ਜ਼ਿਆਦਾ ਦੇਣਾ, ਕਿਤਨਾ ਦੇਣਾ ਹੈ, ਦੁਗਾਨਾ ਦਾ ਕਰਕੇ ਕਮਾਉਣ, ਉਹ ਟੈਕਸ ਤੁਸੀਂ ਨਹੀਂ ਪੇ ਕਰਨਾ ਹੈ ਵੀ, ਠੀਕ ਹੈ। ਲਿਸਨ ਦਾ ਕਮੈਂਟਰੀ ਹੋਣਾ ਚਾਹੀਦਾ, ਲੇਕਿਨ ਯੂਨੀਅਨ ਦੁਗਾਨਾ ਦਾ ਜਿਹੜਾ ਯੂਰਪ ਦੇ ਵਿੱਚ ਕੋਈ ਟੈਕਸ ਨਹੀਂ ਹੈ ਵੀ, ਠੀਕ ਹੈ, ਕਿਉਂਕਿ ਇਹਨੂੰ ਫਰੰਟੀਅਰ ਏਰੀਆ ਕਹਿੰਦੇ ਨੇ। ਦੁਗਾਨਾ ਦਾ ਸਿਸਟਮ ਇੱਥੇ ਹੈ ਹੀ ਨਹੀਂ। ਦੁਗਾਨਾ ਸਿਸਟਮ ਯੂਰਪੀਅਨ ਯੂਨੀਅਨ ਤੋਂ ਬਾਹਰ ਜਿਹੜੀ ਕੰਟਰੀਆਂ ਨੇ ਉਹਨਾਂ ਦੇ ਨਾਲ ਪੇਸ਼ ਆਵੇਗਾ। ਕਹਿੰਦੇ ਨੇ ਪਏ ਇੱਕ ਨੰਬਰ ਕੁਐਸਚਨ ਹੈਗੀ ਜੀ, ਅਸੀਂ ਗੱਲ ਕਰ ਰਹੇ ਸੀ ਜ਼ੋਨਾ ਫਰਾਂਕਾ ਦੇ ਬਾਰੇ। ਲਿਵੀਨੀਓ ਸਭ ਤੋਂ ਪਹਿਲੇ ਜੀ ਸਭ ਤੋਂ ਮੇਨ ਸਟਰੀਮ ਹੈ ਜਿਹੜਾ ਲਿਵੀਨੀਓ ਹੈ, ਇੱਕ ਇਲਾਕਾ ਜਿਹੜਾ ਇਟਲੀ ਦਾ ਜਿਹਦੇ ਵਿੱਚ ਟੈਕਸ ਫਰੀ ਹੈ, ਜਿਹਨੂੰ ਕਹਿੰਦੇ ਨੇ ਤ੍ਰੇਤੋਰੀਆ ਇਲਾਕਾ ਜਿਹੜਾ ਹੈ ਐਕਸ ਦੋਗਨਾਲੇ। ਐਕਸ ਦੋਗਨਾਲੇ ਯਾਨੀ ਕਿ ਇੱਥੇ ਕੋਈ ਟੈਕਸ ਵਗੈਰਾ ਗੌਰਮੈਂਟ ਜਿਹੜੇ ਇਟਾਲੀਅਨ ਦੇ ਨੇ ਉਹ ਲਾਗੂ ਨਹੀਂ ਹੁੰਦੇ ਵੀ, ਕਹਿੰਦੇ ਇੰਟੈਂਦੇ ਪਰ ਤ੍ਰੇਤੋਰੀਆ ਦੋਗਨਾਲੇ ਇਟਾਲੀਆਨਾ। ਕਹਿੰਦੇ ਜਿਹੜਾ ਤ੍ਰੇਤੋਰੀਆ ਦੋਗਨਾਲੇ ਇਟਾਲੀਆਨਾ ਹੁੰਦਾ, ਜਿਹੜਾ ਇਲਾਕਾ ਦੁਗਾਨਾ ਦਾ ਹੁੰਦਾ ਇਟਲੀ ਦਾ, ਇਟਾਲੀਆਨੋ ਤ੍ਰੇਤੋਰੀਆ ਇਟਾਲੀਆਨਾ, ਜਿਹੜਾ ਇਟਾਲੀਅਨ ਹੁੰਦਾ ਹੈ ਤ੍ਰੇਤੋਰੀਆ ਯਾਨੀ ਕਿ ਇਲਾਕਾ ਇਟਾਲੀਅਨ ਜੋ ਹੁੰਦਾ ਹੈ ਚਿਰਕੋਸਕ੍ਰੀਤੋ ਦella linea doganale, ਜਿਹੜਾ ਜਿੱਥੇ ਕਿ ਲੀਗਲਾਈਜ਼ ਹੈਗਾ ਲੀਨੀਆ ਏਰੀਆ ਦੋਗਨਾਲੇ ਦੇ ਨਾਲ। ਏਰੀਆ ਦੋਗਨਾਲੇ ਕਿਹੜਾ ਹੋਵੇਗਾ? ਜਿਹੜੀ ਯੂਰਪੀਅਨ ਯੂਨੀਅਨ ਤੋਂ ਬਾਹਰ ਕੰਟਰੀਆਂ ਹੋਣਗੀਆਂ। ਦਰੁਸਕਨ ਪੇਵੇਰ ਹੋਇਆ ਲਿਵੀਨੀਓ ਦੀ ਅਸੀਂ ਗੱਲ ਕਰ ਰਹੇ ਸੀ। ਲਿਵੀਨੀਓ ਏਰੀਆ ਇਹ ਉਹਨਾਂ ਕੰਪਿਓਨ della Italia, ਇਹ ਇੱਕ ਇਟਾਲੀਆ ਦਾ ਪਾਰਟ ਹੀ ਹੈਗੀ ਹੈ, ਠੀਕ ਹੈ ਜੀ। sono territori italiani ਦਾ ਇਲਾਕਾ ਹੈ, considerati extra doganali, ਲੇਕਿਨ ਇਹਨੂੰ ਕੰਸੀਡਰ ਕੀਤਾ ਜਾਂਦਾ ਹੈ, ਕੀ ਕੀਤਾ ਜਾਂਦਾ ਹੈ? ਕੰਸੀਡਰ ਐਕਸਟਰਾ ਦੋਗਨਾਲੀ, ਠੀਕ ਹੈ ਜੀ। ਦਰੁਸਕਨ ਪੇਵੇਰ ਹੋਇਆ ਕਹਿੰਦੇ ਵੀ ਇਸੇ ਇੰਟੈਂਦੇ territorio doganali, ਜਿਹੜਾ territorio doganali ਹੁੰਦਾ ਹੈ in italiano tutti i territori Italia, ਕਹਿੰਦੇ ਸਾਰੇ territorio Italia ਜਿਹੜੇ ਇਲਾਕਾ ਦੇ ਇਟਾਲੀਆ ਦੇ ਨੇ ਉਹ ਦੋਗਾਨਾ ਦੇ ਨੇ। ਦੇਖੋ ਜਿਹੜੇ ਯੂਰਪੀਅਨ ਯੂਨੀਅਨ ਨਾਲ ਲੱਗਦੇ ਨੇ ਉਹ ਦੋਗਾਨਾ ਦੇ ਨਹੀਂ ਹੈ ਵੀ। ਜਿਹੜਾ ਦੁਗਾਨਾ ਦੇ ਏਰੀਆ ਹੋਣਗੇ ਜਿਹੜੇ ਕਿ ਯੂਰਪੀਅਨ ਯੂਨੀਅਨ ਤੋਂ ਬਾਹਰ ਹੋਣਗੇ, ਯਾਨੀ ਕਿ ਦੂਸਰੀਆਂ ਕੰਟਰੀਆਂ ਨਾਲ ਲੱਗਦੇ ਨੇ, ਇਸ ਕਰਕੇ ਫਾਲਸੋ। ਕਹਿੰਦੇ ਵੀ se intende per territoria doganale italiana tutti territoria italiana, ਕਹਿੰਦੇ territoria doganale italiana ਜਿਹੜੀ ਹੈ ਇਹ ਸਾਰੀ territoria ਯਾਨੀ ਕਿ ਸਾਰਾ ਇਲਾਕਾ ਹੈਗਾ ਇਟਾਲੀਅਨ। ਇਲਾ ਕ੍ਰੋਏਸ਼ੀਆ ਜਿਹੜਾ ਨਾ, ਕ੍ਰੋਏਸ਼ੀਆ ਇਲਾਕਾ ਜਿਹੜਾ ਹੈ ਯਾਨੀ ਕਿ ਕ੍ਰੋਏਸ਼ੀਆ ਜਿਹੜਾ ਸ਼ਹਿਰ ਜਿਹੜਾ ਮੁਲਕ ਜਿਹੜਾ ਹੈ ਇਹ ਯੂਰਪੀਅਨ ਯੂਨੀਅਨ ਦਾ ਪਾਰਟ ਹੈ। ਜਦ ਯੂਰਪੀਅਨ ਯੂਨੀਅਨ ਦਾ ਪਾਰਟ ਹੈ ਕ੍ਰੋਏਸ਼ੀਆ, ਤਾਂ ਫਿਰ ਉੱਥੇ ਦੋਗਾਨਾ ਦਾ ਕੋਈ ਸਿਸਟਮ ਨਹੀਂ ਹੋਗਾ ਇਟਲੀ ਦੇ ਨਾਲ, ਠੀਕ ਹੈ। ਜਿਵੇਂ ਮੈਂ ਦੱਸ ਚੁੱਕਿਆ ਦੋਗਾਨਾ ਦਾ ਸਿਸਟਮ ਹੋਏਗਾ ਇਟਲੀ ਤੋਂ ਬਾਹਰ ਜਿਹੜੀਆਂ ਕੰਟਰੀਆਂ ਯੂਰਪੀਅਨ ਯੂਨੀਅਨ ਦੇ ਮੈਂਬਰ ਨਹੀਂ ਹੈ। ਇਹ ਕਹਿੰਦੇ ਪਏ ਇਹ ਇੰਟੈਂਦੇ territorio doganale italiana, ਕਹਿੰਦੇ ਇਹ ਜਿਹੜੇ territorio doganale italiano ਹੁੰਦਾ ਹੈ tutti territoria, ਸਾਰੇ ਉਹ ਇਲਾਕੇ territorio ਇਲਾਕੇ ਨੂੰ ਕਹਿੰਦੇ ਨੇ italiane, ma non isola di Pantelleria। isola di Pantelleria ਕਹਿੰਦੇ ਨੇ ਪਏ territorio ਜਿਹੜਾ ਹੈ ਇਲਾਕਾ ਜਿਹੜਾ ਇਟਾਲੀਅਨ ਇਹ ਦੋਗਾਨਾ ਦਾ ਕਨਸੈਪਟ ਵਿੱਚ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਐਂਡ ਵਾਲਾ ਵੇ ਅੱਗੇ ਜਾ ਕੇ ਅਰਬ ਮੁਲਕ ਇਹਦੇ ਨਾਲ ਲੱਗਦੇ ਨੇ, ਇਹ ਆਖਰ 'ਤੇ ਵੇ ਇੱਕ ਇਜ਼ੋਲਾ ਹੈ, ਇੱਕ ਜਜ਼ੀਰਾ ਹੈ ਇਟਾਲੀਆ ਦਾ, ਇਸ ਕਰਕੇ ਇਹ ਗਲਤ ਕਹਿੰਦੇ ਤੁtti territoria ਤੇ ਸਾਰਾ ਇਟਲੀ, ਲੇਕਿਨ ਇਜ਼ੋਲਾ
ਪੌਂਤਲੇਰੀਆ ਜਿਹੜਾ ਇਹ ਦੁਗਾਨਾ ਦਾ ਨਹੀਂ ਹੈ ਪਾਰਟ, ਕਿਉਂ ਨਹੀਂ ਹੈ? ਕਿਉਂਕਿ ਜੇ ਅੱਗੇ ਦੂਸਰੇ ਮੁਲਕ ਲੱਗਦੇ ਨੇ ਜਿਹੜੇ ਯੂਰਪੀਅਨ ਦਾ ਪਾਰਟ ਨਹੀਂ ਹੈ, ਤਾਂ ਦੁਗਾਨਾ ਦਾ ਏਰੀਆ ਇਸ ਕਰਕੇ ਫਾਲਸ ਹੋਇਆ। ਕਹਿੰਦੇ ਤ੍ਰੇਤੋਰੀ ਇਟਾਲੀਅਨ ਜਿਹੜਾ ਇਲਾਕਾ ਇਟਾਲੀਆ ਦਾ ਕੰਸੀਡਰਾto ਐਕਸਟਰਾਦੋਗਨਾਲੇ ਕੰਸੀਡਰ ਕੀਤਾ ਜਾਂਦਾ। ਕਿਹਨੂੰ ਐਕਸਟਰਾਦੋਗਨਾਲੇ ਹੁੰਦਾ ਜੀ? ਜਿਵੇਂ ਮੈਂ ਤੁਹਾਨੂੰ ਤੁਸੀਂ ਕਿਹਾ ਮਿਸਾਲ ਤੌਰ 'ਤੇ ਲਿਵੀਨੀਓ ਐਕਸਟਰਾਦੋਗਨਾਲੇ ਹੈ, ਠੀਕ ਹੈ ਜੀ। ਤ੍ਰੇਤੋਰੀ ਦਾ ਐਕਸਟਰਾਦੋਗਨਾਲੇ ਕਿਹੜਾ? ਲਿਵੀਨੀਓ ਹੈ। ਕਹਿੰਦੇ ਪਏ considerato extradoganale sul quali della regione Friuli Venezia Giulia। Venezia Giulia ਦਾ ਦੇਖੋ ਜੀ ਇੱਕ ਪਾਰਟ ਹੈਗਾ ਉਹਦੇ ਨਜ਼ਦੀਕ, ਉਹ ਵੀ ਨਹੀਂ ਉਹਦੇ ਨਜ਼ਦੀਕ ਇੱਕ ਪਾਰਟ ਹੈਗਾ ਥੋੜ੍ਹਾ ਜਿਹਾ, ਜਿਹੜਾ ਕਿ ਜ਼ੋਨਾ ਫਰਾਂਕਾ ਨਹੀਂ, ਜਿਹਨੂੰ ਕਿ ਮੰਨਿਆ ਜਾਂਦਾ ਹੈ ਪੋਰਤੋ ਫਰਾਂਕਾ, ਠੀਕ ਹੈ, ਪੋਰਤੋ ਫਰਾਂਕਾ ਮੰਨਿਆ ਜਾਂਦਾ ਹੈ। ਇਸ ਕਰਕੇ ਉਹ ਟੈਕਸ ਫਰੀ ਕੁਛ ਏਰੀਆ ਲਿਮਿਟਡ, ਠੀਕ ਹੈ। ਤੇ ਲੇਕਿਨ ਵਿਨੀਜ਼ੀਆ ਗਵੀਲੀਆ ਨਹੀਂ ਹੈ, ਇਸ ਕਰਕੇ ਇਹ ਕੁਐਸਚਨ ਫਾਲਸ ਹੋਇਆ। ਤ੍ਰਿਸਤੇ ਦਾ ਵਿੱਚ ਕੁਛ ਥੋੜ੍ਹਾ ਜਿਹਾ ਪਾਰਟ ਹੈਗਾ, ਤ੍ਰਿਸਤਾ ਪੂਰਾ ਵੀ ਨਹੀਂ, ਜਿਹੜਾ ਕਿ ਬਾਰਡਰ ਵਾਲਾ ਪਾਰਟ ਹੈ ਤ੍ਰਿਸਤੇ ਦਾ, ਲੇਕਿਨ ਪੂਰਾ ਤ੍ਰਿਸਤੇ ਵੀ ਨਹੀਂ ਮੰਨਿਆ ਜਾਂਦਾ, ਇਸ ਕਰਕੇ ਤ੍ਰਿਸਤੇ ਵਾਲਾ ਵੀ ਕੁਐਸਚਨ ਗਲਤ ਹੋਵੇਗਾ, ਇਸ ਕਰਕੇ ਇਹ ਫਾਲਸ ਹੋ। ਐਕਸਟਰਾਦੋਗਨਾਲੇ ਕਿਹੜਾ ਪ੍ਰੋਪਰ ਮੰਨੀ ਜਾਏਗੀ? ਜਿਵੇਂ ਕਿ ਲਿਵੀਨੀਓ ਹੈ। ਇਹ ਜ਼ੋਨਾ ਫਰਾਂਕੇ ਵੈਸੇ ਬੇਸਿਕਲੀ ਕੀ ਹੁੰਦੇ ਨੇ? ਜ਼ੋਨਾ ਫਰਾਂਕੇ ਤੋਂ ਮੁਰਾਦ ਹੁੰਦਾ ਹੈ ਕਿ ਜਿਵੇਂ ਕਿ ਵਿਲਾ ਫਰਾਂਕਾ ਜਾਂ ਇਸ ਤਰ੍ਹਾਂ ਦੀ ਕਈ ਸ਼ਹਿਰਾਂ ਦੇ ਨਾਮ ਅਸੀਂ ਸੁਣਦੇ ਹਾਂ, ਇਟਲੀ ਦੇ ਵਿੱਚ ਪਾਏ ਜਾਂਦੇ ਨੇ ਫਰਾਂਕਾ ਕਰਕੇ। ਇਹ ਉਹ ਜਿਤਨੇ ਵੀ ਫਰਾਂਕਾ ਕਰਕੇ ਨਾਂ ਨੇ ਨਾ ਇਟਲੀ ਦੇ ਵਿੱਚ ਏਰੀਏ ਦੇ, ਇਹ ਉਹ ਸਾਰੇ ਏਰੀਏ ਨੇ ਜਿਨ੍ਹਾਂ ਨੇ ਜਦ ਇਟਲੀ ਬਣਿਆ ਸੀ ਅਤੇ ਛੋਟੀਆਂ ਰਿਆਸਤਾਂ ਜਾਂ ਛੋਟੇ ਏਰੀਏ ਸੀ ਜਿਹੜੇ ਕਿ ਗੌਰਮੈਂਟ ਨੂੰ ਟੈਕਸ ਪੇ ਨਹੀਂ ਸੀ ਕਰਦੇ, ਟੈਕਸ ਫਰੀ, ਜਿਵੇਂ ਕਿ ਲਿਵੀਨੀਓ ਇਸ ਤਰ੍ਹਾਂ ਸੀ। ਅਤੇ ਲੇਕਿਨ ਆਸਤਾ ਇਹਨਾਂ ਨੇ ਇਲਹਾਕ ਕਰ ਲਿਆ ਇਟਲੀ ਦੇ ਨਾਲ ਔਰ ਇਹਨਾਂ ਦੇ ਕਵਾਨੀਨ ਦੇ ਅੰਡਰ ਆ ਗਏ। ਲੇਕਿਨ ਜਿਵੇਂ ਕਿ ਲਿਵੀਨੀਓ ਹੈ ਉਹ ਕਵਾਨੀਨ ਦੇ ਅੰਡਰ ਨਹੀਂ ਹੈ ਅਜੇ, ਇਸ ਕਰਕੇ ਉਹ ਜ਼ੋਨਾ ਫਰਾਂਕਾ ਅਜੇ ਵੀ ਹੈ। ਇਹ ਜ਼ੋਨਾ ਫਰਾਂਕਾ ਆਸਤਾ ਗੌਰਮੈਂਟ ਦੇ ਅੰਡਰ ਆ ਗਏ ਨੇ, ਲੇਕਿਨ ਨਾਂ ਤਾਂ ਉਸ ਤਰ੍ਹਾਂ ਹੀ ਰਹਿ ਗਏ ਨੇ, ਵਿਲਾ ਫਰਾਂਕਾ ਵਗੈਰਾ ਇਸ ਤਰ੍ਹਾਂ ਦੇ ਪਿੰਡ ਸ਼ਹਿਰ ਜਿਹੜੇ ਨੇ। ਅਤੇ ਵਿਨੀਜ਼ੀਆ ਗਵੀਲੀਆ ਜਿਹੜਾ ਹੈ ਇਹਦਾ ਪਾਰਟ ਇਹ ਨਹੀਂ ਹੈ ਵੀ ਜ਼ੋਨਾ ਐਕਸਟਰਾਦੋਗਨਾਲੇ ਦੀ, ਠੀਕ ਹੈ। ਐਕਸਟਰਾਦੋਗਨਾਲੇ ਵਿੱਚ ਜਿਵੇਂ ਕਿ ਲਿਵੀਨੀਓ ਕਹਿ ਸਕਦੇ ਹਾਂ ਅਸੀਂ। ਕਹਿੰਦੇ ਪਏ ਤ੍ਰੇਤੋਰੀ ਇਟਾਲੀਆਨਾ considerato extradoganale, ਇਹ ਜਿਹੜਾ ਇਲਾਕਾ ਇਟਾਲੀਅਨ ਕੰਸੀਡਰ ਕੀਤਾ ਜਾਂਦਾ extradoganale। sono quali regione Viale d'Aosta extradoganale ਨਹੀਂ ਹੈ, ਗਲਤੀ ਨਾਲ ਫਾਲਸ ਹੋਇਆ। ਤ੍ਰੇਤੋਰੀ ਇਟਾਲੀਆਨਾ considerato extradoganale, ਕਹਿੰਦੇ extradoganale ਮੰਨਿਆ ਜਾਏਗਾ। sono quali di Trieste ਦਾ ਸਿਰਫ ਇੱਕ ਥੋੜ੍ਹਾ ਜਿਹਾ ਪਾਰਟ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਪੋਰਤੋ ਫਰਾਂਕਾ, ਲੇਕਿਨ ਸਾਰਾ ਤ੍ਰਿਸਤੇ ਜ਼ੋਨਾ extradoganale ਨਹੀਂ ਮੰਨਿਆ ਜਾਂਦਾ, ਇਸ ਕਰਕੇ ਫਾਲਸ ਹੋ। Agli Dogana sono addette al controllo in entrata in uscita delle merci। ਕਹਿੰਦੇ addette controllo ਯਾਨੀ ਕਿ ਕੰਟਰੋਲ ਕਰ ਲਈ ਹੁੰਦਾ ਹੈ ਇੰਟਰ ਹੋਣਾ ਔਰ ਐਗਜ਼ਿਟ ਹੋਣ ਦਾ ਸਮਾਨ ਦੇ ਟਾਈਮ 'ਤੇ, ਯਾਨੀ ਕਿ ਇੰਤਰਾਤਾ ਹੋਵੇਗਾ ਜਦ ਸਮਾਨ ਦਾ ਔਰ ਉਸ਼ੀਤਾ ਹੋਵੇਗਾ ਸਮਾਨ ਦਾ, ਅਤੇ ਕੌਣ ਕੰਟਰੋਲ ਕਰੇਗਾ? ਤੇਰੀ ਗੱਲ ਦੁਕਾਨ ਵਾਲੀ ਫੋਰਸ ਜਿਹੜੀ ਹੈ, ਠੀਕ ਹੈ। ਦੁਕਾਨ ਵਾਲੀ ਫੋਰਸ ਤੋਂ ਪਹਿਲੇ ਵੀ ਜਿਹੜੀ ਫਿਨੈਂਸੀਆ ਹੁੰਦੀ ਹੈ, ਗੁਆਰਡੀਆ ਫਿਨੈਂਸੀਆ, ਉਹ ਕੰਟਰੋਲ ਕਰਦੇ ਨੇ ਫਿਰ ਡਾਕੂਮੈਂਟਸ, ਔਰ ਬਾਅਦ ਵਿੱਚ ਦੁਕਾਨਾਂ ਵਾਲੇ ਦਰੁਸਤ ਕਹਿੰਦੇ ਪਏ ਹੋਇਆ ਜ਼ਹਿਰੀ ਗੱਲਾਂ ਇਹਨਾਂ ਨੇ ਕੰਟਰੋਲ ਕਰਨਾ ਹੀ ਹੁੰਦਾ ਹੈ। ਕਹਿੰਦੇ ਦੁਕਾਨਾਂ ਹੀ ਕੰਟਰੋਲਾਨੋ ਹੀ ਮੈਰਚੀ ਕੰਟਰੋਲ ਕਰਦੇ ਨੇ ਸਮਾਨ ਨੂੰ per fine fisicale, ਕਹਿੰਦੇ ਪਏ ਮਾਲੀ ਜਿਹੜੀ ਹੈ ਉਹਦੇ ਮਕਸਦ ਲਈ, ਯਾਨੀ ਕਿ ਇਹ ਉਹਨੂੰ ਕੰਟਰੋਲ ਕੀਤਾ ਜਾਂਦਾ, ਯਾਨੀ ਕਿ ਜੇ ਉਹਦਾ ਪੇ ਨਹੀਂ ਹੋਇਆ ਤਾਂ ਦੁਕਾਨਾਂ ਪੇਮੈਂਟ ਕਰਨੀ ਪਵੇਗੀ, ਠੀਕ ਹੈ। ਤੁਹਾਨੂੰ ਦੁਕਾਨਾਂ ਪੇਮੈਂਟ ਕਰਨ ਤੋਂ ਮੁਰਾਦ ਕੀ ਹੁੰਦਾ? ਯਾਨੀ ਕਿ ਮੰਨ ਲਓ ਕਿ ਮੈਂ ਔਨਲਾਈਨ ਕਈ ਵਾਰੀ ਬੰਦੇ ਖਰੀਦਦੇ ਨਾ ਚੀਜ਼ਾਂ ਸਸਤੀਆਂ ਦੇਖ ਕੇ ਬੰਦੇ ਖਰੀਦ ਲੈਂਦੇ ਨੇ, ਨਾਰਮਲੀ ਤਾਂ ਦੁਕਾਨਾਂ ਫਰੀ ਹੋ ਕੇ ਆਉਂਦੀਆਂ। ਜੇ ਦੁਕਾਨਾਂ ਫਰੀ ਨਾ ਹੋਵੇ ਕੋਈ ਚੀਜ਼ ਤਾਂ ਫਿਰ ਕੀ ਆਵੇਗੀ? ਜਦ ਦੁਕਾਨਾਂ ਤੁਹਾਡੀ ਚੀਜ਼ ਆਵੇਗੀ, ਦੁਕਾਨਾਂ ਵਾਲੇ ਉਹ ਉੱਥੇ ਉਹਨੂੰ ਰੋਕ ਲਵਣਗੇ, ਅਤੇ ਰੋਕ ਲਵਣਗੇ ਫਿਰ ਕਹਣਗੇ, ਮੰਨ ਲਓ ਫੋਰ ਐਗਜ਼ਾਮਪਲ 200 ਯੂਰੋ ਦੀ ਮੈਂ ਚੀਜ਼ ਮੰਗਾਈ ਹੈ, ਠੀਕ ਹੈ। ਅਤੇ ਫੋਨ ਉਹ ਜਿੱਥੇ ਤੁਹਾਡੇ ਨਾਲ ਕੋਂਟੈਕਟ ਕਰਨਗੇ ਇਟਲੀ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ, ਹਾਂ ਵੀ ਤੁਹਾਡਾ ਫਲਾਂ ਸਮਾਨ ਆਇਆ ਸਾਡੇ ਕੋਲ ਅਵੇਲੇਬਲ ਹੈ, ਤਾਂ ਤੁਹਾਨੂੰ ਇੱਥੇ ਆਉਣਾ ਪੈਣਾ ਔਰ ਇੱਥੇ ਆ ਕੇ ਦੁਕਾਨਾਂ ਪੇ ਕਰਨਾ ਪੈਣਾ। ਹੁਣ ਇਮੈਜਿਨ ਕਰੋ ਕਿ ਜਾਣਾ ਪੈਣਾ, ਜਾਣ ਦੇ ਵੀ ਪੈਸੇ, ਜਾ ਕੇ ਦੁਕਾਨਾਂ ਪੇ ਕਰਨਾ ਪੈਣਾ, ਜੋ ਮੁਮਕਿਨ 200 ਦੀ ਸ਼ੈ ਹੈ ਅਤੇ 200 ਦੇ ਪਿੱਛੇ 170 ਰੁਪਏ ਦੁਕਾਨਾਂ ਪਾ ਦੇਣ ਟੈਕਸ। ਅਤੇ ਇਸੇ ਤਰੀਕੇ ਨਾਲ ਜਿਹੜੇ ਬੰਦੇ ਚੀਜ਼ਾਂ ਬਾਹਰੋਂ ਮੰਗਵਾਉਂਦੇ ਨੇ, ਕਈ ਵਾਰੀ ਉਹ ਚੀਜ਼ਾਂ ਕਲੈਕਟ ਕਰਨੀ ਹੀ ਨਹੀਂ ਜਾਂਦੇ, ਜਿਸ ਟਾਈਮ ਉਹਨਾਂ ਦੁਕਾਨਾਂ 'ਤੇ ਟੈਕਸ ਵੀ ਫਾਲਤੂ ਪਾਈ ਜਾਂਦਾ, ਔਰ ਜਾ ਕੇ ਲੈ ਕੇ ਆਉਣਾ ਉਹ ਇੱਕ ਹੋਰ ਬੜੀ ਮੁਸੀਬਤ ਹੈ, ਜਾਣਾ ਫਿਰ ਲੈ ਕੇ ਆਉਣਾ। ਅਤੇ ਇਸੇ ਤਰ੍ਹਾਂ ਜੇ ਦੁਕਾਨਾਂ 'ਤੇ ਕਾਫੀ ਟਾਈਮ ਜੇ ਕੋਈ ਚੀਜ਼ ਪਈ ਰਹੇ, ਜੇ ਤੁਸੀਂ ਕਲੈਕਟ ਕਰਨੀ ਚਾਹੁੰਦੇ ਤਾਂ ਉਹ ਇੱਕ ਤਕਰੀਬਨ ਮਖਸੂਸ ਟਾਈਮ ਤੋਂ ਬਾਅਦ, ਤਕਰੀਬਨ 1 ਸਾਲ ਬਾਅਦ ਉਹ ਚੀਜ਼ਾਂ ਨੂੰ ਆਸਤਾ ਵੇਸਟ ਕਰਨਾ ਪੈਂਦੇ ਨੇ। ਅਤੇ ਕਹਿੰਦੇ
la dogana italiana sono a servizio della UE, कहना ਇਹ ਸਰਵਿਸ ਯੂਰਪੀਅਨ ਯੂਨੀਅਨ ਦੇ ਅਕੋਰਡਿੰਗ ਹੁੰਦੀ ਹੈ, ਠੀਕ ਹੈ। ਯੂਰਪੀਅਨ ਯੂਨੀਅਨ ਜਿਹੜੀ ਗੱਲ ਹੈ ਇਹਦੇ ਟੈਕਸ ਵਗੈਰਾ ਦਾਜ਼ੀ ਜਿਹੜੇ ਟੈਕਸ ਵਗੈਰਾ ਹੁੰਦੇ ਨੇ ਦੁਕਾਨਾਂ 'ਤੇ ਸਟੈਬਲ ਕਰਦਾ ਹੈ, ਅਤੇ ਜ਼ਾਹਰੀ ਗੱਲ ਹੈ ਫਿਰ ਉਹਦੀ ਤਰਫੋਂ ਸਟੈਬਲ ਹੋਣਗੇ, ਠੀਕ ਹੈ। ਜ਼ਾਹਰੀ ਗੱਲ ਹੈ ਫਿਰ ਸਰਵਿਸ ਵੀ ਉਹਨਾਂ ਦੀ ਹੋਵੇਗੀ, ਦਰੁਸਤ ਕਹਿਣ ਪੇ ਹੋਇਆ। ਦੂਸਰਾ रहते हुए यानी कि दुकान का हिफाजती मकसद यानी कि हिफाजत भी करते हैं। ये कहने पे ये दुकान हानो अन क्यों ना फीन tutela attivo यानी कि इन्होंने मकसद ये भी है दुकान का कि हिफाजत की जाए इंडस्ट्रीयल जेह्ड़े इंडस्ट्रीयल लोग ने कंज्यूमर जेह्ड़े कि सरफीन ने जेह्ड़े इंडस्ट्रीयल जेह्ड़े कारोबारी लोग ने उन्होंने दे समान की हिफाजत भी की जाए, यानी कि भी मकसद होंदा, ठीक है। हिफाजत भी रखा जाए। ज़ाहिर गल है जे तुहाड़ा समान तुसी लेट जां तुहाड़ा दुकाना च आ जांदा तो डिपोजिटरी भी सिस्टम होंदा, डिपोजिट विच रखदे ने तुहाड़ा समान, लेकिन जेह्ड़ा डिपोजिट भी समान रखणगे ना उत्थे तुहाड़ा सेव कंजर्व रखणगे ते उस समान दा टैक्स भी एक्स्ट्रा पैंदा रवेगा, यानी कि तुहाड़े समान नूं सेव रखण दे पैसे भी पैंदे रवणगे। फिर होया कहने यूनियन दुकाना जेह्ड़ा है कंपोर्टा il divetto मनाही है कि divetto मनाही है fra stati membri i dazi doganali, stati membri tu dazi doganali dogana टैक्स जेह्ड़ा है मनाही है। यूनियन दोगनाल जेह्ड़ा है एह्दे शामल है divetto मनाही है fra stati membri यूरोपीयन यूनियन तू i dazi doganali। यूरोपीयन यूनियन तू मैं पहले ही दस चुके हैं, यूरोपीयन यूनियन तू दाजी दोगनाली नहीं लै जाएगी, ठीक है। शामल है भी divetto यानी कि दोगाना जेह्ड़ा divetto मनाही यूरोपीयन यूनियन विच fra stati membri दाजी दोगना जेह्ड़ा दोगाना टैक्स है यूरोपीयन यूनियन दी कंट्रियां तो नहीं लिया जाए, जेह्ड़े नॉन यूरोपीयन कंट्रियां आउणगियां समान उदां कोल दुकाना लिया जाएगा। बेसिकली नॉन यूरोपीयन कंट्रियां तो दुकाना क्यों लिया जाता है, एक मकसद होंदा है दुकाना लैण दा कि जद समान आ रहा मान लो चाइना तो इंडिया तो, ठीक है, पाकिस्तान तो कितों भी आ रहा समान, वो जो प्रोडक्ट्स है वो मिर्च एक्सट्रा यूए होगा, ठीक है जी। एक्सट्रा यूए तो महाराज यूरोपीयन यूनियन तो बाहरली कंट्री का समान है, वो यूरोपीयन समान नहीं है भी। जब तुम दाजी हो यानी कि टैक्स पे कर देंगे हो दुकाना का, उदा मतलब ये है कि फिर वो समान हो गया है की हो गया मर्च यूनियन यूरोपा हो गया। जब टैक्स पे हो जाना ना, एक होंगे प्रोडक्टो इन यूए प्रोडक्ट्स जो यूरोपीयन यूनियन के होंगे, ठीक है। यूरोपीयन यूनियन प्रोडक्ट्स जो इतने समान तैयार होंगे बनाते हैं वो अगे पिछे भेजते हैं, ठीक है। कि प्रोडक्ट्स हो गए वो यूरोपीयन यूनियन के, ठीक है। फिर दूसरे समान होंगे ने जेह्ड़े कि नॉन यूरोपीयन होंगे ने मैर्ची एक्सट्रा यूई यूरोपीयन यूनियन तो बाहर वाले, जोदा जब तुम उसका ताज़ी टैक्स पे करते हैं ना, वह टैक्स करने का मकसद होंगे कि वह फिर जो मैर्ची यूई यूरोपीयन यूनियन का समान हो जाता है, की हो जाता यूरोपीयन यूनियन का कंट्री का समान हो जाता है, क्योंकि असं उसका टैक्स पे करते फिर और फिर यूरोपीयन समान विच कन्वर्ट हो जाता है, ठीक है। जब टैक्स पे किया हो, जो टैक्स ना पे किया हो तो फिर यूरोपीयन समान नहीं होता। कहने पे le dogane non esistono ni exist करदी più dogane non esistono le dogana da यानी कि बॉर्डर ते एग्जिस्ट ही नहीं करते più quando con l'Unione Europea European Union sono state abbattute tutte le frontiere, और क्योंकि ये जो सारे फ्रंटियर ने अबातूते यानी कि इन्होंने ख़त्म तबाह बर्बाद ख़त्म यानी कि मिसमार कर दिता गया। देखो जी इन्होंने मिसमार नहीं किया गया, फ्रंटियर बार्डर वगैरह अवेलेबल ने, ठीक है ने जो चैकिंग वगैरह करनी चाहते कि सीधी कर सकते हैं, ठीक है, कंट्रोल कर सकते हैं। मास वाए समान जो तीर वाला होंगे तीर जिदे कोल तीर होवे ना, तीर TIR कॉन्ट्रैक्ट ਉਹਨੂੰ ਛੱਡ ਕੇ ਬਾਕੀ ਜੇ ਕਿਤੇ ਚਾਹਣ ਤੇ ਰੋਕ ਕੇ ਸਮਾਨ ਚੈੱਕ ਕੀਤਾ ਜਾ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਇਸ ਕਰਕੇ ਇਹ ਬਿਲਕੁਲ ਫਜ਼ੂਲ ਗੱਲ ਕਰਨੇ ਪਏ ਇਹ ਬਾਰਡਰ ਜੇ ਫਰੰਟੇਰੀਆ ਖਤਮ ਕਰ ਦਿੱਤੀਆਂ, ਫਰੰਟੇਰੀਆ ਜਿਹੜੇ ਬਾਰਡਰ ਵਗੈਰਾ ਦੀ ਹਦੂਦ ਹੈ ਨੇ, ਲੇਕਿਨ ਥੋੜੇ ਜਿਹੇ ਆਸਾਨੀਆਂ ਪੈਦਾ ਕਰ ਦਿੱਤੀਆਂ ਗਈਆਂ ਨੇ। ਇਹ ਨਹੀਂ ਹੈ ਕਿ ਐਗਜ਼ਿਸਟ ਨਹੀਂ ਕਰਦਾ ਦੁਕਾਨਾ ਦੀ ਤਾਜ਼ੀ ਯਾਨੀ ਕਿ ਨਹੀਂ ਐਗਜ਼ਿਸਟ ਕਰਦੀ यूरोपीयन ਦੇ ਵਿੱਚ, ਲੇਕਿਨ ਨॉन यूरोपीयन ਹੋਵੇਗਾ ਸਮਾਨ ਤੇ ਫਿਰ ਐਗਜ਼ਿਸਟ ਕਰੇਗਾ, ਫਿਰ ਤਾਜ਼ੀ ਦੇਗਾ ਯਾਨੀ ਕਿ ਟੈਕਸ ਪੇ ਕਰਕੇ ਤੁਸੀਂ ਉਹਨੂੰ ਸਮਾਨ ਨੂੰ यूरोपीयन ਬਣਾ ਲਓਗੇ। कहने पे dogana जेह्ड़ा non hanno fini impositivi, कहने पे एह्दा जेह्ड़ा दोगाना है एह्दा कोई भी वधिया मकसद नहीं है। देखो जी वधिया मकसद असीं सारे उत्ते पढ़ के आए हैं, ठीक है। पॉजिटिव वे दे विच एह्दा
काफ़ी कम है, यानी कि ये थोड़े समान ਨੂੰ ਸਿਕਿਉਰ और सेव करता है, ठीक है। और नॉन यूरोपीयन समान ਨੂੰ जब ਤੁਸੀਂ दाजी टैक्स पे कर ਦਿੰਦੇ ਹੋ ਇਹ ਫਿਰ यूरोपीयन समान हो जाता है, इस करके फाल्स होए। कहने कोई वधिया मकसद ਲਈ नहीं है भी ये गल करने पे फाल्स है। कहने ले दुकाना डिपेंड करते हैं completamente della Unione Europea, कहने completely यूरोपीयन यूनियन डिपेंड करते हैं nella qui Cesa finisco tutti i dazi, कहने पे जे ਇੱਥੇ ख़त्म हो गई ना सारी दाजी टैक्स वगैरह, कहने दोगाना dipendono completamente dalla Unione Europea, कहने कंप्लीटली यूरोपीयन यूनियन पर डिपेंड करते हैं। दल नहीं कहा चेज़ आ कि खत्म हो गए, फिनिश करना तुती दाजी सारे टैक्स खत्म हो गए। टैक्स देखो जी टैक्स फ्री है ने कंट्रियां जी यूरोपीयन यूनियन तो पार्ट ने, जी नॉन यूरोपीयन होगी तेरे को उन्होंने टैक्स उन्होंने पे करना पवेगा और हर कंट्री का अपना रूल होगा, इस करके फाल्स हो। कहने यूनियन doganale जो दोगाना की यूनियन हैगी है comporta la adozione di una tarifa, कहने अपनाएंगे एक तरीफा, एक ऑफरता अपनाएंगे, ठीक है। doganale libera nei rapporti fra stati membri i paesi terzi, कहने libera आज़ादी ना यानी खुले चाके कर सकते हैं फिक्स प्राइस जी है दोगाना की हर जो स्ताती मैंबर जी यूरोपीयन कंट्रियां ने और पाइजे तरसी। देखो जी हर कंट्री जी अपने हिसाब नाल नहीं कर सकती, तो मैं तुहानूं दस चुकिया होया कि जी यूरोपीयन यूनियन दे विच दुकाना का कॉन्सैप्ट है, जे दुकाना तुसीं बाहरली कंट्री थर्ड पार्टी तो भी लैना तो जी यूरोपीयन यूनियन का पार्ट नहीं है उत्थों जी मतलब समान होंदा है वो जो दुकाना टैक्स करना लैना वो भी यूरोपीयन यूनियन का जोड़ा है, यानी कि वह भी जो डिपेंड करता है यूरोपीयन यूनियन ने जितना दसिया होया है, ठीक है जी। यूरोपीयन यूनियन ने फिक्स किया है, इस करके लिबरा मैन तो कोई भी इस तरह का तरीफा नहीं कर सकते है भी, ठीक है। कहना दस्यो ने उन्होंने तरीफा ये दुकाना ले लिबरा यानी कि आज़ादी ना जितना मर्जी कर लो, गलत कहने पे फाल्स होया। यूनियन दोगनाल जो है कंपोर्ट शामिल है istituzione fra gli stati membri dei dazi doganali, कहने यूरोपीयन यूनियन दोगनाल कंपोर्ट शामिल है istituite fra stati membri जेह्ड़ा कि stati membri जेह्ड़े न दाजी दोगनाली, stati membri जेह्ड़ी यूरोपीयन कंट्रियां ने यानी कि उन्होंने जो दाजी दोगनाली ते असीं लै ही नहीं सकदे, फाल्स होया। कहने दा यूनियन दोगनाले नॉन कंपोर्टा नहीं शामिल है दिवेतो दे दाजी दोगनाली, कहने दिवेतो दाजी दोगनाली नहीं है, क्यों नहीं है? दिवेतो दी दाजी दोगनाली है, गल मनसी होता है ऐसे पेज का पहला क्वेश्चन पढ़िया सी कि दाजी दोगनाली जी है ना ये दिवेतो नहीं है भी, ठीक है। कहने 5 नंबर पढ़े सी एक क्वेश्चन वेर होगा, ठीक है जी। ਜਿਹੜਾ ਆਖਰੀ ਦਸਤੇ ਨੇ ਪੇ ਕਰਨੇ पे नॉन कंपोर्टा दिवेतो नहीं मनाई है यूनियन यूरोपा विच दुकाना दी दाजी यानी कि टैक्स दी। देखो जी नॉन यूरोपीयन कंट्रियां होणगियां ना उन्हां कोल टैक्स लैना है क्योंकि उस समान नूं कन्वर्ट करना है यूरोपीयन समान दे विच, दाजी दोगना वाली पे होगी तो फिर कन्वर्ट होगा। जी यूरोपीयन कंट्रियां ने उन्हां विच दिवेतो ही है, कहने नॉन कंपोर्टा दिवेतो तो नहीं है, फाल्स होया। कहने मूवमेंट दी मैर्ची फ्रा स्ताती मैंबरी जे मूवमेंट करदे हो स्ताती मैंबरी यूरोपीयन यूनियन विचों। देखो यूरोपीयन यूनियन विच तुसीं ट्रांसपोर्ट करदे पे दूसरी यूरोपीयन यूनियन कंट्रियां च उत्थे तो है ही नहीं है, इस करके एक नॉन कंपोर्टा दिवेतो दाजी दोगनाली नहीं शामिल है दिवेतो यानी कि मनाही नहीं है दुकाना लाना, फाल्स होया इस करके क्वेश्चन, ठीक है जी। हाँ जी तो मैं गल कर रहा सी जिवें कि तुहाडे नाल यूनियन दोगनाल यूरोपिया जी यूरोपीयन यूनियन विच है, ठीक है जी। जी कंट्रियां यूरोपीयन यूनियन विच ने जब वो एक दूजे तो नाल ट्रांसपोर्ट करते हैं तजारत के लिए, ठीक है, लैन देन करते हैं समान आंदा जाता है उहदे विच दाजी जी कि दुकाना का जो कस्टम है टैक्स है ये 0 पैंदा है, यानी कि ये कोई दुकाना तक टैक्स वगैरह पेमेंट करने की लोड़ नहीं होंदी। जे यूरोपीयन यूनियन तो बाहर होगा तो फिर दुकाना पैना है, यूरोपीयन यूनियन के तुसीं करना है तो ये कोई तुहानूं किसी किस्म का पेमेंट नहीं करनी पैनी है भी दाजी यानी कि दुकाना का टैक्स जो कस्टम टैक्स वगैरह। तो बेसिकली जब कोई भी कंट्री यूरोप इंटर होती है ना तो सब तो पहले काम किया जाता सड़कों के रस्ते बहाल किए जाते हैं, क्योंकि जी ट्रांसपोर्ट है टायर के उत्ते यानी कि गड्डी के उत्ते ये बहाल हो सके तो आसानी पैदा हो सके। तो
ਇਸ ਅਸੀਂ ਬੈਰੀਅਰ ਜਿਹੜੇ ਨੇ ਇਹ ਖੋਲ੍ਹ ਦਿੱਤੇ ਜਾਂਦੇ ਨੇ। ਬਾਰਡਰ ਫਰੰਟੇਰੀਆ ਰਹਿੰਦੀ ਹੈ, ਠੀਕ ਹੈ, ਯਾਨੀ ਕਿ ਬਾਰਡਰ ਖਤਮ ਕਰ ਦਿੱਤੇ, ਬਾਰਡਰ ਰਹਿੰਦੇ ਨੇ ਲੇਕਿਨ ਬੈਰੀਅਰ ਖੋਲ੍ਹ ਦਿੱਤੇ ਜਾਂਦੇ ਨੇ ਬਾਰਡਰਾਂ ਦੇ। ਉਹ ਜਿਹੜੇ ਫ੍ਰੀ ਆਫ ਕਾਸਟ ਹੁੰਦੇ ਨੇ ਸਿਰਫ ਯੂਰਪੀਅਨ ਕਮਿਊਨਿਟੀ ਦੇ ਲਈ, ਸਿਰਫ ਯੂਰਪੀਅਨ ਸਮਾਨ ਦੇ ਲਈ। ਜਿਹੜਾ ਨੌਨ ਯੂਰਪੀਅਨ ਸਮਾਨ ਆਵੇਗਾ ਯੂਰਪ ਤੋਂ ਯੂਰਪ ਜਾਏਗਾ ਤਾਂ ਉਸ ਦੇ ਲਈ ਦੁਗਾਨਾ ਦਾ ਟੈਕਸ 0 ਹੈ। ਜਿਹੜਾ ਨੌਨ ਯੂਰਪੀਅਨ ਸਮਾਨ ਹੋਵੇਗਾ ਉਸ ਦੇ ਲਈ ਦੁਗਾਨਾ ਦਾ ਟੈਕਸ ਹੋਵੇਗਾ। ਜਦ ਦੁਗਾਨਾ ਟੈਕਸ ਪੇ ਹੋਵੇਗਾ ਨਾ, ਮਿਰਚੀ ਐਕਸਟਰਾ ਯੂ ਜਿਹੜਾ ਮਿਸਾਲ ਦੇ ਤੌਰ 'ਤੇ ਹੋਵੇਗਾ, ਉਹਦੇ ਲਈ ਜਦ ਪੇ ਹੋਵੇਗਾ ਦੁਗਾਨਾ ਦਾ ਟੈਕਸ, ਤਾਂ ਫਿਰ ਉਹ ਮਿਰਚੀ ਜਦ ਪੇ ਹੋ ਗਿਆ, ਕਸਟਮ ਟੈਕਸ ਪੇ ਹੋ ਗਿਆ, ਦੁਗਾਨਾ ਦਾ 10 ਪੇ ਹੋ ਗਿਆ, ਤਾਂ ਫਿਰ ਕੀ ਹੋ ਜਾਣਾ ਉਹਨੇ ਵੀ ਜਿਵੇਂ ਇਹ ਉੱਤੇ ਦੱਸ ਰਹੇ ਨੇ ਪ੍ਰੋਡੋਟੋ ਇਨ ਯੂਰਪੀਅਨ ਯੂਨੀਅਨ ਦਾ ਪ੍ਰੋਡਕਟ ਹੈ, ਇਹ ਫਿਰ ਮਿਰਚੀ ਯਾਨੀ ਕਿ ਵੀ ਯੂਰਪੀਅਨ ਯੂਨੀਅਨ ਦਾ ਪ੍ਰੋਡਕਟ ਹੋ ਜਾਂਦਾ ਹੈ ਜਦ 10 ਦੁਗਾਨਾ ਦਾ ਪੇਮੈਂਟ ਹੋ ਜਾਂਦੀ ਹੈ। ਅਤੇ ਯੂਰਪੀਅਨ ਯੂਨੀਅਨ ਦੇ ਵਿੱਚ ਜੇ ਤੁਸੀਂ ਯੂਰਪ ਤੁਸੀਂ ਕਿਸੇ ਕੰਟਰੀ ਕਰਨਾ ਤਾਂ ਫਿਰ ਤੁਹਾਨੂੰ 10 ਦੇਣ ਦੀ ਕੋਈ ਲੋੜ ਨਹੀਂ ਹੈਗੀ। ਕਹਿੰਦੇ ਨੇ il trasporto, il numero question è il trasporto di merci italiano verso il Portogallo, Italian ਸਮਾਨ verso Portogallo, ਪੁਰਤਗਾਲ ਲੈ ਕੇ ਜਾ ਰਹੇ ਹੋ। ਇਟਲੀ ਵੀ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ, ਇਹ ਪੁਰਤਗਾਲ ਵੀ। ਕਹਿੰਦੇ non necessita, ਨਹੀਂ ਲੋੜ ਹੈ, non sono documento doganale, ਕੋਈ ਵੀ ਡਾਕੂਮੈਂਟ ਜਿਹੜਾ ਦੁਕਾਨਾਂ ਦਾ ਉਹਦੀ ਲੋੜ ਨਹੀਂ ਹੈ। ਦਰੁਸਤ ਕਹਿੰਦੇ ਪੇ ਹੋਇਆ ਇਹ ਕਹਿੰਦੇ ਪਏ abolizione della barriere, ਜਿਹੜੀ ਬੈਰੀਅਰ ਖਤਮ ਕੀਤੇ ਗਏ ਨੇ ਦੁਗਾਨਾਲੀ della frontiera interna della UE, ਦੁਗਾਨਾ ਦੇ ਜਿਹੜੇ ਬੈਰੀਅਰ ਖਤਮ ਕੀਤੇ ਗਏ ਨੇ ਫਰੰਟੀਅਰ ਬਾਰਡਰਾਂ ਦੇ ਉੱਤੇ, ਜਿਹੜੇ ਯੂਰਪੀਅਨ ਯੂਨੀਅਨ ਦੇ ਬਾਰਡਰ ਨੇ, ਜਿਹੜੇ ਦੁਗਾਨਾ ਦੇ ਬੈਰੀਅਰ ਖਤਮ ਕੀਤੇ ਗਏ ਨੇ, ਕਿਉਂਕਿ ਇਹ ਨਹੀਂ ਹੈ ਕਿ ਦੁਗਾਨਾ ਹੀ ਖਤਮ ਯਾਨੀ ਕਿ ਫਰੰਟੀਅਰ ਹੀ ਖਤਮ ਹੋ ਗਈ ਹੈ। ਬਾਰਡਰ ਹੈ ਨੇ, ਸਿਸਟਮ ਹੈ, ਆਪਣੇ ਆਪਣੇ ਹਦੂਦ ਦਾ ਕਯੂਦ ਹੈ ਨੇ, ਲੇਕਿਨ ਬੈਰੀਅਰ ਅਬੋਲਾਸੀਓਨ ਹੈ, ਬੈਰੀਅਰ ਦਾ ਖਾਤਮਾ ਕੀਤਾ ਗਿਆ ਯੂਰਪੀਅਨ ਯੂਨੀਅਨ ਦਾ। ਕੌਨਸੈਂਟ ਲਿਬਰਾ ਸਰਕੂਲੇਸ਼ਨ ਹੈ, ਜਿਹਦੇ ਨਾਲ ਤੁਸੀਂ ਆਜ਼ਾਦੀ ਨਾਲ ਸਰਕੂਲੇਸ਼ਨ ਕਰ ਸਕਦੇ ਹੋ। delle persone, ਬੰਦੇ ਸਰਕੂਲੇਸ਼ਨ ਕਰ ਸਕਦੇ ਨੇ। delle merci fra gli stati membri, ਯੂਰਪੀਅਨ ਯੂਨੀਅਨ ਜਿਹੜੀ ਮੈਂਬਰ ਨੇ ਕੰਟਰੀਆਂ, ਉਹਨਾਂ ਵਿੱਚ ਤੁਸੀਂ ਬੰਦੇ ਵੀ ਆਜ਼ਾਦੀ ਨਾਲ ਸਰਕੂਲੇਟ ਕਰ ਸਕਦੇ ਨੇ, ਔਰ ਸਮਾਨ ਵੀ ਆਸਾਨੀ ਨਾਲ ਆਰਾਮ ਨਾਲ ਤੁਸੀਂ ਲਿਆ ਜਾ ਸਕਦੇ ਹੋ, ਠੀਕ ਹੈ, ਯਾਨੀ ਕਿ ਕਸਟਮ ਫਰੀ ਹੈ। ਦਰੁਸਤ ਕਹਿੰਦੇ ਪੇਪਰ ਹੋਇਆ, ਯਾਨੀ ਕਿ ਜੇ ਕਿਤੇ ਘੁੰਮਣ ਕੇ ਸਿਰਫ ਤੁਸੀਂ ਬੰਦੇ ਆ ਜਾ ਸਕਦੇ ਨੇ ਤਾਂ ਸਮਾਨ ਨਹੀਂ, ਜਾਂ ਸਿਰਫ ਸਮਾਨ ਆ ਜਾ ਸਕਦਾ ਬੰਦੇ ਨਹੀਂ, ਤਾਂ ਉਹ ਵੀ ਕੁਐਸਚਨ ਗਲਤ ਹੋਣਗੇ, ਠੀਕ ਹੈ। ਇਹ ਕੁਐਸਚਨ ਸੀਗਾ ਵੇਰੋ, ਪਹਿਲਾ ਕੁਐਸਚਨ ਅਸੀਂ ਪੜ੍ਹੇ। ਪਹਿਲਾਂ ਕਹਿੰਦੇ ਨੇ ਪਏ ਪਹਿਲਾਂ ਜਿਵੇਂ ਕਿ ਦੁਕਾਨਾ ਕਹਿੰਦੇ ਪਏ ਜੇ ਤੁਸੀਂ ਸਮਾਨ ਇਟਾਲੀ ਤੋਂ ਪੁਰਤਗਾਲ ਲੈ ਕੇ non necessita, non sono documento doganale, ਕਹਿੰਦੇ ਨਹੀਂ ਲੋੜ ਹੈ ਕਿਸੇ ਵੀ ਕਿਸਮ ਦਾ ਡਾਕੂਮੈਂਟ ਦੁਕਾਨਾਂ ਦੇ ਲਈ। ਕਹਿੰਦੇ ਪਏ ਜਦ ਤੁਸੀਂ ਸਮਾਨ ਇਟਲੀ ਤੋਂ ਲੈ ਕੇ ਜਾਂਦੇ ਹੋ ਪੁਰਤਗਾਲ, ਕਿਸੇ ਕਿਸਮ ਦਾ ਦੁਕਾਨਾਂ ਦਾ ਡਾਕੂਮੈਂਟ ਨਹੀਂ ਚਾਹੀਦਾ। ਦੂਸਰੇ ਵਿੱਚ ਕਹਿੰਦੇ ਨੇ ਪਏ ਜੇ ਤੁਸੀਂ ਆਲਰੇਡੀ ਯੂਰਪੀਅਨ ਯੂਨੀਅਨ ਦਾ ਮੈਂਬਰ ਹੋ, ਠੀਕ ਹੈ, ਯੂਰਪੀਅਨ ਯੂਨੀਅਨ ਦੇ ਮੈਂਬਰ ਹੋ, ਉਹਦੇ ਵਿੱਚ ਤੁਸੀਂ ਟਰਾਂਸਫਰ ਕਰ ਸਕਦੇ ਹੋ, ਯਾਨੀ ਕਿ ਆਜ਼ਾਦੀ ਦੇ ਨਾਲ ਬੰਦੇ ਔਰ ਸਮਾਨ ਵੀ। ਇਸ ਕਰਕੇ ਅਬੋਲਾਸੀਓਨ ਦੇ ਬੈਰੀਅਰ ਖੋਲ੍ਹ ਦਿੱਤੇ ਗਏ ਨੇ, ਇਹਨਾਂ ਦਾ ਖਾਤਮਾ ਕਰ ਦਿੱਤਾ ਗਿਆ। ਦਰੁਸਤ ਕਹਿੰਦੇ ਪਏ ਵੇਰ ਹੋਇਆ, ਕਹਿੰਦੇ ਪਏ ਟਰਾਂਸਪੋਰਟ ਦੀ ਮੈਰਚੀ ਇਟਾਲੀਆਨੋ, ਜੇ ਟਰਾਂਸਪੋਰਟ ਕਰਦੇ ਇਟਾਲੀਅਨ ਸਮਾਨ ਵੈਰਸੋ ਪੁਰਤਗਾਲ ਦੇ ਵਿੱਚ necessita documento doganale documento di trasporto। ਦੇਖੋ ਜੀ documento di trasporto ਪੁਰਤਗਾਲ ਲੈ ਜਾਣ ਲਈ ਕੌਣ ਤੋਂ ਤਰਜ਼ੀ ਨਹੀਂ ਚਾਹੀਦਾ ਹੁੰਦਾ ਵੀ, ਠੀਕ ਹੈ, ਇਸ ਕਰਕੇ ਗਲਤ ਕਹਿੰਦੇ ਪਏ, ਫਾਲਸ ਹੋਇਆ। ਕਹਿੰਦੇ ਪਏ il trasporto di merci italiano verso Portogallo, ਜਦ ਤੁਸੀਂ ਟਰਾਂਸਪੋਰਟ ਕਰਦੇ ਹੋ verso ਪੁਰਤਗਾਲ ਦੇ ਲਈ necessita documento di doganale CMR, ਕਹਿੰਦੇ CMR ਦੁਕਾਨਾਂ ਦਾ ਡਾਕੂਮੈਂਟ ਚਾਹੀਦਾ ਹੁੰਦਾ ਹੈ। ਦੇਖੋ ਜੀ ਨਾ ਹੀ ਡਾਕੂਮੈਂਟ ਦੁਕਾਨਾਂ ਹੁੰਦੀ ਨਹੀਂ ਹੈ ਵੀ, ਠੀਕ ਹੈ, ਜਿਹੜਾ ਹੁੰਦਾ ਨਾ ਪੁਰਤਗਾਲ ਉਹਦੇ ਵਿੱਚ ਦੁਕਾਨਾਂ ਨਹੀਂ ਹੁੰਦੀ ਹੈ ਵੀ, ਦੁਕਾਨਾਂ ਦਾ ਟੈਕਸ ਨਹੀਂ, ਦੁਕਾਨਾਂ ਦਾ ਕੰਮ ਨਹੀਂ ਹੈ ਵੀ, ਦੁਕਾਨਾਂ ਹੁੰਦਾ ਯੂਰਪੀਅਨ ਯੂਨੀਅਨ ਤੋਂ ਬਾਹਰ। ਇਸੇ ਤਰ੍ਹਾਂ ਜਿਹੜਾ ਇਟਲੀ ਤੋਂ ਪੁਰਤਗਾਲ ਹੈ, ਜਿਵੇਂ ਦੂਸਰਾ ਕੁਐਸਚਨ ਪੰਜਵਾਂ ਕੁਐਸਚਨ ਹੈ, ਇਹਦੇ ਵਿੱਚ ਵੀ ਦੱਸ ਰਹੇ necessita documento di doganale CMR, ਇਹ ਦੁਕਾਨਾਂ ਦਾ ਡਾਕੂਮੈਂਟ CMR ਚਾਹੀਦਾ ਹੈ। ਜੇ ਦੁਕਾਨਾਂ ਲਈ ਚਾਹੀਦਾ ਨਾ ਤਾਂ ਯੂਰਪੀਅਨ ਯੂਨੀਅਨ ਤੋਂ ਬਾਹਰਲੇ ਕੰਟਰੀ ਲਈ ਚਾਹੀਦਾ ਹੈ, ਕਿਉਂਕਿ ਦੁਕਾਨਾਂ ਨਹੀਂ ਪੇਮੈਂਟ ਕੀਤੀ ਜਾਏਗੀ ਯੂਰਪ ਦੀ ਕੰਟਰੀ ਇੱਕ ਦੂਜੇ ਵਿੱਚ ਜਾਣਗੀਆਂ। ਤਾਂ ਇਟਲੀ ਵੀ ਯੂਰਪ ਦਾ ਪਾਰਟ ਹੈ, ਪੁਰਤਗਾਲ ਵੀ ਯੂਰਪ ਦਾ ਪਾਰਟ ਹੈ, ਇਸ ਕਰਕੇ ਇਹਨਾਂ ਨੂੰ ਲੋੜ ਨਹੀਂ ਹੈ, ਇਸ ਕਰਕੇ ਫਾਲਸੋ। ਕਹਿੰਦੇ ਅਬੋਲਾਸੀਓਨ ਦੇ ਬੈਰੀਅਰ ਦੁਕਾਨਾਲੇ, ਜਿਹੜੇ ਬੈਰੀਅਰ ਖਤਮ ਕੀਤੇ ਨੇ, ਬੈਰੀਅਰ ਦੁਕਾਨਾਂ ਦੇ alla frontiera interna della UE, ਯੂਰਪੀਅਨ ਯੂਨੀਅਨ ਵਿੱਚ ਨੇ, ਜਿਹੜੇ consente la libera circolazione delle persone, ਕਹਿੰਦੇ ਸਰਕੂਲੇਸ਼ਨ ਇਜਾਜ਼ਤ ਦਿੰਦੇ ਨੇ ਆਜ਼ਾਦੀ ਦੇ ਨਾਲ ਬੰਦਿਆਂ ਨੂੰ,
ਮੰਨੋ ਦਿਲ ਮਾਰਚ लेकिन ਸਮਾਨ ਨੂੰ ਨਹੀਂ ਗਲਤ ਹੋ ਗਿਆ ਕਿਉਂਕਿ ਸਮਾਨ ਨੂੰ ਵੀ ਆਜ਼ਾਦੀ ਨਾਲ ਔਰ ਬੰਦੇ ਵੀ ਆਜ਼ਾਦੀ ਨਾਲ ਸਰਕੂਲੇਟ ਕਰ ਸਕਦੇ ਨੇ ਇਸ ਕਰਕੇ ਫਾਲਸ ਹੋਇਆ ਅਗੇਨ abolizione del barriere ਜਿਹੜਾ ਖਤਮ ਕਰ ਦਿੱਤੇ ਬੈਰੀਅਰ ਦੁਕਾਨਾਂ ਦੇ e frontiere della interna European Union ਦੇ ਵਿੱਚ consente gli scambi commerciali ਕਹਿੰਦੇ ਵੀ ਤਜਾਰਤ ਕਰ ਸਕਦੇ ਹੋ ਤੁਸੀਂ ਲੈਣ ਦੇਣ ਕਰ ਸਕਦੇ ਹੋ ma non trasporto della paese UE ਲੇਕਿਨ ਯੂਰਪੀਅਨ ਯੂਨੀਅਨ ਵਿੱਚ ਨਹੀਂ UE ਜਿਹੜੀਆਂ ਨੇ ਯੂਰਪੀਅਨ ਯੂਨੀਅਨ ਦੀ ਪਾਰਟੀ ਹੁੰਦੀਆਂ ਨੇ ਇਹਨਾਂ ਵਿੱਚ ਕਿਉਂ ਨਹੀਂ ਇਹਨਾਂ ਵਿੱਚ ਦੁਕਾਨਾਂ ਤੋਂ ਬਗੈਰ ਕਰ ਸਕਦੇ ਹੋ ਇਸ ਕਰਕੇ ਇਹ ਗਲਤ ਕਿਵੇਂ ਫਾਲਸ ਹੋਇਆ ਇਹ ਕਹਿੰਦੇ ਦੁਕਾਨਾਂ 'ਚ ਨਹੀਂ ਸੌਰੀ UE ਯੂਰਪੀਅਨ ਯੂਨੀਅਨ ਪਾਈਜ਼ ਦੇ ਵਿੱਚ ਨਹੀਂ ਫਾਲਸ ਹੋ abolizione delle barriere ਬੰਦ ਕਰਨੇ ਜਿਹੜੇ ਬੈਰੀਅਰ ਨੇ ਦੁਕਾਨਾਂ ਦੇ della frontiera della interna ਯੂਰਪੀਅਨ ਯੂਨੀਅਨ ਦੇ ਵਿੱਚ consente scambi commerciali ਕਹਿੰਦੇ ਜਾ ਦਿੰਦਾ ਪਏ ਕਿ scambi commerciali ਯਾਨੀ ਕਿ ਤਜਾਰਤੀ ਕੰਮ ਹੋ ਸਕੇ ਲੈਣ ਦੇਣ ਤਜਾਰਤ ਕੀਤੀ ਜਾ ਸਕੇ ਐਟ ਰਿਲੇਟਿਵ ਟਰਾਂਸਪੋਰਟ ਤੋਂ ਔਰ ਇਹਦੇ ਨਾਲ ਜਿਹੜੀ ਰਿਲੇਟਿਵ ਟਰਾਂਸਪੋਰਟ ਹੈ tra paesi UE ਯੂਰਪੀਅਨ ਯੂਨੀਅਨ ਤੋਂ con apposito documenti doganali ਇੱਕ ਸਪੈਸ਼ਲ ਡਾਕੂਮੈਂਟ ਦੇ ਨਾਲ ਜਿਹੜਾ ਦੁਕਾਨਾਂ ਦਾ ਹੈ ਯੂਰਪੀਅਨ ਯੂਨੀਅਨ ਦੇ ਵਿੱਚ ਕੀ ਚਾਹੀਦਾ ਹੈ ਯੂਰਪੀਅਨ ਯੂਨੀਅਨ ਦੇ ਵਿੱਚ licenza comunitaria ਚਾਹੀਦਾ ਸਿਰਫ ਕੀ ਚਾਹੀਦਾ licenza comunitaria ਕੋਈ ਦੁਕਾਨਾਂ ਦਾ ਡਾਕੂਮੈਂਟ ਨਹੀਂ ਚਾਹੀਦਾ ਹੈ ਵੀ ਇਸ ਕਰਕੇ ਗਲਤ ਕਿਨ ਫਾਲਸ ਹੋਇਆ ਅਗੇਨ ਪੇ il regime di transito comunitari UE ਜਦ ਤੁਸੀਂ ਟ੍ਰਾਂਜ਼ਿਟ ਕਰਦੇ ਹੋ ਯੂਰਪੀਅਨ ਯੂਨੀਅਨ ਦੇ ਵਿੱਚ consente alle merci di circolazione ਕਹਿੰਦੇ ਇਜਾਜ਼ਤ ਦਿੰਦਾ ਸਮਾਨ ਨੂੰ ਸਰਕੂਲੇਟ ਕਰਨ ਲਈ nelle territori doganali ਦੁਕਾਨਾਂ ਦੇ ਇਲਾਕੇ ਦੇ ਵਿੱਚ della UE ਜਿਹੜੀ ਹੈ senza essere assoggettato né dazi ਬਿਨਾਂ ਟੈਕਸ ਦਾਜ਼ੀ ਜਿਹੜਾ ਹੈ ਟੈਕਸ ਹੈ ਕਸਟਮ ਟੈਕਸ ਪੇ ਕੀਤੇ ਹੈ ਇੰਪੋਰਟਾzione altre imposte ਜਾਂ ਫਿਰ ਕੋਈ ਹੋਰ ਜਿਹੜਾ ਲਾਗੂ ਹੁੰਦਾ ਵੈ ਨੇ altre misure ਨਾ ਜਾਂ ਫਿਰ ਕੋਈ ਹੋਰ ਜਿਹੜੇ ਕਾਨੂੰਨ ਲਾਗੂ ਹੁੰਦੇ ਪੋਲੀਟਿਕੇ ਕਮਰਸ਼ੀਅਲ ਜਿਹੜੀ ਪਾਲਿਸੀਜ਼ ਜਿਹੜੀਆਂ ਨੇ ਤਜਾਰਤੀ ਜਿਹੜੀਆਂ ਲਾਗੂ ਹੁੰਦੀਆਂ ਨੇ ਉਹਨਾਂ ਤੋਂ ਇਲਾਵਾ ਯਾਨੀ ਕਿ ਇਹਨਾਂ ਸਾਰੀ ਪਾਲਿਸੀਜ਼ ਜਿਹੜੀਆਂ ਨੇ ਇਹਨਾਂ ਤੋਂ ਇਲਾਵਾ ਤੁਸੀਂ ਸਰਕੂਲੇਟ ਕਰ ਸਕਦੇ ਹੋ ਯੂਰਪੀਅਨ ਯੂਨੀਅਨ ਦੇ ਵਿੱਚ ਦੋਸਤ ਕਿਨ ਵੀ ਵੇਰ ਹੋਇਆ ਅਗੇਨ ਬੇ ਰਜੀਮ ਦੀ ਟ੍ਰਾਂਜ਼ਿਟੋ ਨੇ ਕਮਿਊਨਿਟਾਰੀ UE ਜਦ ਤੁਸੀਂ ਟ੍ਰਾਂਜ਼ਿਟ ਕਰਨਾ ਹੈ ਯੂਰਪੀਅਨ ਯੂਨੀਅਨ ਦੇ ਵਿੱਚ ਇਹ ਕੌਨਸੈਂਟ ਇਜਾਜ਼ਤ ਦਿੰਦਾ ਮੈਰਚੀ ਸਮਾਨ ਨੂੰ ਦੀ circolare nella territorio doganale ਦੁਕਾਨਾਂ ਵੀ ਤੁਸੀਂ ਚੱਲ ਸਕੋ della UE ਯੂਰਪੀਅਨ ਯੂਨੀਅਨ ਵਿੱਚ con dazi importazione dazi ਦੇਖੋ ਜੀ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਯੂਰਪੀਅਨ ਯੂਨੀਅਨ ਦੇ ਵਿੱਚ ਇੱਕ ਦੂਜੀ ਕੰਟਰੀ ਜਾਓਗੇ ਤਾਂ ਕਿਤੇ ਵੀ ਦੁਕਾਨਾ ਪੇਮੈਂਟ ਨਹੀਂ ਹੋਵੇਗੀ ਸਿਰਫ licenza comunitaria ਚਾਹੀਦਾ ਹੁੰਦਾ ਇਸ ਕਰਕੇ ਫਾਲਸ ਹੋਇਆ ਦੁਕਾਨਾ ਹੈ ਹੀ ਨਹੀਂ ਪੇਮੈਂਟ ਕੋਈ ਇੱਥੇ ਦਾਜ਼ੀ ਕੋਈ ਹੈ ਨਹੀਂ ਹੈ regime di transito i comunitari UE ਜੇ ਤੁਸੀਂ ਟ੍ਰਾਂਜ਼ਿਟ ਕਰਦੇ ਯੂਰਪੀਅਨ ਯੂਨੀਅਨ ਵਿੱਚ consente alle merci di circolare ਕਹਿੰਦੇ ਇਜਾਜ਼ਤ ਦਿੰਦਾ ਸਮਾਨ ਨੂੰ ਸਰਕੂਲੇਟ ਕਰਨ ਦੀ tutti i territori ਸਾਰੇ ਇਲਾਕੇ ਦੇ ਵਿੱਚ ਐਕਸਟਰਾ UE ਕਹਿੰਦੇ ਯੂਰਪੀਅਨ ਯੂਨੀਅਨ ਦੀ ਐਕਸਟਰਾ UE ਯਾਨੀ ਕਿ ਯੂਰਪੀਅਨ ਯੂਨੀਅਨ ਤੋਂ ਬਾਹਰ senza assoggettato di dazi ਬਿਨਾਂ ਦਾਜ਼ੀ ਯਾਨੀ ਕਿ ਕਸਟਮ ਟੈਕਸ ਦਿੱਤੇ ਆ ਜਦ ਯੂਰਪੀਅਨ ਯੂਨੀਅਨ ਤੋਂ ਬਾਹਰ ਹੋਵੇਗਾ ਤਾਂ ਫਿਰ ਕਸਟਮ ਟੈਕਸ ਲਾਜ਼ਮੀ ਹੈ ਇਸ ਕਰਕੇ ਗਲਤ ਕਿਨ ਫਾਲਸ ਹੋਇਆ ਅਗੇਨ ਬੇ ਕਿ 11ਵਾਂ ਕੁਐਸਚਨ ਹੈ il regime di transito di comunitaria UE ਜੇ ਤੁਸੀਂ ਯੂਰਪੀਅਨ ਯੂਨੀਅਨ ਵਿੱਚ ਟ੍ਰਾਂਜ਼ਿਟ ਕਰਦੇ ਹੋ consente la marcia circolare territorio extra UE ਕਹਿੰਦੇ ਯੂਰਪੀਅਨ ਯੂਨੀਅਨ ਤੋਂ ਐਕਸਟਰਾ UE ਜਾਂਦੇ ਯੂਰਪੀਅਨ ਯੂਨੀਅਨ ਤੋਂ ਬਾਹਰ ਕਹਿੰਦੇ ਟ੍ਰਾਂਜ਼ਿਟ ਕਰ ਸਕਦੇ ਹੋ ਤੁਸੀਂ senza essere soggetto ਨੇ ਦਾਜ਼ੀ ਕਹਿੰਦੇ ਬਿਨਾਂ ਦਾਜ਼ੀ ਪੇ ਕੀਤਿਆਂ ਯਾਨੀ ਕਿ ਬਿਨਾਂ ਕਸਟਮ ਟੈਕਸ ਪੇ ਕੀਤਿਆਂ ਇੱਥੇ ਫਾਲਸ ਹੋ ਗਿਆ ਇੰਪੋਰਟਾzione altre imposte ਜਾਂ ਫਿਰ ਜਿਹੜੇ ਕੋਈ ਹੋਰ ਟੈਕਸ ਵਗੈਰਾ ਪੇ ਲਾਗੂ ਹੁੰਦੇ ਨੇ ਉਹ ਪੇ ਕੀਤਿਆਂ ਨੇ alla misura della politica commerciale ਜਿਹੜੇ ਤਜਾਰਤੀ ਪੋਲਿਸੀ ਦੇ ਤਹਿਤ ਜਿਹੜੇ ਲਾਗੂ ਹੁੰਦੇ ਨੇ ਮਿਜ਼ੂਰੇ ਜਿਹੜੇ ਟੈਕਸ ਵਗੈਰਾ ਉਹ ਪੇ ਕੀਤੇ ਬਗੈਰ ਯੂਰਪੀਅਨ ਯੂਨੀਅਨ ਦੇ ਵਿੱਚ ਇਹ ਗੱਲ ਠੀਕ ਸੀ ਲੇਕਿਨ ਐਕਸਟਰਾ UE ਦੀ ਵਿੱਚ ਇਹ ਗੱਲ ਠੀਕ ਨਹੀਂ ਹੈ ਐਕਸਟਰਾ UE ਦੇ ਵਿੱਚ ਜਿਹੜੇ ਵੀ ਤਜਾਰਤੀ ਪਾਲਿਸੀ ਦੇ ਤਹਿਤ ਟੈਕਸ ਲਾਗੂ ਹੁੰਦੇ ਨੇ ਕਸਟਮ ਟੈਕਸ ਵਗੈਰਾ ਜੋ ਵੀ ਲਾਣ ਪਲੱਸ ਉਹ ਸਾਰੀ ਪੇਮੈਂਟ ਕਰਨੀ ਹੁੰਦੀ ਹੈ ਇਸ ਕਰਕੇ ਇਹ ਗਲਤ ਕਿਨ ਫਾਲਸ ਹੋਇਆ ਹਾਂਜੀ ਅਤੇ ਹੁਣ ਅਸੀਂ ਗੱਲ ਕਰਾਂਗੇ ਉਹਦਾ ਚਾਹੀਦਾ ਦੁਕਾਨਾਂ ਤੋਂ ਐਕਸੈਸ ਜਦ ਹੁੰਦਾ ਤਾਂ ਤੁਹਾਡਾ ਕੀ ਪੇਸ਼ ਹੁੰਦਾ ਕੀ ਆਉਂਦਾ ਕੀ ਬਣਦਾ ਠੀਕ ਹੈ ਜੀ ਅਤੇ ਕੀ ਤੁਸੀਂ ਕਰਨਾ ਜਿਵੇਂ ਕਿ ਮੈਗਜ਼ੀਨ ਦੀ ਦੁਕਾਨਾਂ ਵਾਲੀ ਇੱਥੇ ਤੁਹਾਨੂੰ ਅੱਗੇ ਮਿਲੇਗੀ ਯਾਨੀ ਕਿ ਇਨ ਦੁਕਾਨਾਂ ਯਾਨੀ ਦੁਕਾਨਾਂ ਦੇ ਵੀ ਕਸਟਡੀ ਅਤੇ ਮਾਰਜੀ ਯਾਨੀ ਕਸਟਡੀ ਵਿੱਚ ਉਹਨਾਂ ਦੇ ਸਮਾਨ ਦੇ ਸਕਦੇ ਤੁਸੀਂ ਠੀਕ ਹੈ ਲੇਕਿਨ ਲਿਖਤ ਵਿੱਚ ਡਿਕਲੇਰੇਸ਼ਨ ਚਾਹੀਦੇ ਨੇ ਸਾਰੀਆਂ
ਰਿਸਪੋਂਦੇ il gestore bolletta diagonale ਜਿਹਦੇ ਤਿੰਬਰ ਹੋਗਾ ਲੱਗੇ ਨੇ ਕਿਹੜੀ ਕਿਹੜੀ ਦੁਕਾਨਾਂ ਤੋਂ ਗੁਜ਼ਰੇ ਹੋਏ ਆ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ। ਉਸ ਤੋਂ ਬਾਅਦ ਜਿਹੜਾ ਕਿ ਜਦ ਤੁਸੀਂ ਜਾਓਗੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਮਿਲੇਗੀ ਤੁਹਾਨੂੰ ਇਟਲੀ ਦੇ ਵਿੱਚ, ਫੋਰ ਐਗਜ਼ਾਮਪਲ ਤੁਸੀਂ ਬਾਹਰੋਂ ਇਟਲੀ ਦੇ ਵਿੱਚ ਆ ਰਹੇ ਹੋ, ਕੌਣ ਮਿਲੇਗਾ ਤੁਹਾਨੂੰ? ਸਭ ਤੋਂ ਪਹਿਲਾਂ ਤੁਹਾਨੂੰ ਦੁਕਾਨਾਂ ਦੀ ਵੀ ਫੋਰਸ ਨਹੀਂ ਮਿਲੇਗੀ, ਪਹਿਲੇ ਸਭ ਤੋਂ ਪਹਿਲਾਂ ਤੁਹਾਨੂੰ ਮਿਲੇਗਾ ਗੁਆਰdia di finanza ਵਾਲੇ। ਗੁਆਰdia di finanza ਵਾਲੇ ਤੁਹਾਡੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰਨਗੇ, ਫਿਰ ਉਹ ਦੁਕਾਨਾਂ ਨੂੰ ਭੇਜਣਗੇ, ਠੀਕ ਹੈ। ਪਹਿਲਾ ਕੁਐਸਚਨ ਹੈਗਾ, ਕਹਿੰਦੇ ਨੇ ਵੀ ਪਹਿਲੇ merci UE ਐਕਸਟਰਾ UE ਯੂਰਪੀਅਨ ਯੂਨੀਅਨ ਤੋਂ ਬਾਹਰ ਜਿਹੜਾ ਸਮਾਨ ਹੈਗਾ entrata in Italia ਇੰਟਰ ਹੁੰਦਾ ਪਿਆ ਇਟਲੀ ਵਿੱਚ non scortata da documenti doganali di transito, ਔਰ ਇਹਨਾਂ ਕੋਲ ਦੁਕਾਨਾਂ ਦੇ ਡਾਕੂਮੈਂਟ ਨਹੀਂ ਹੈ ਟ੍ਰਾਂਜ਼ਿਟ ਕਰਨ ਲਈ। ਯਾਨੀ ਕਿ ਮੰਨ ਲਓ ਕਿ ਦੁਕਾਨਾਂ ਡਾਕੂਮੈਂਟ ਤੋਂ ਬਗੈਰ ਹੁਣ ਕੋਈ ਇੰਟਰ ਹੋ ਰਿਹਾ ਹੈ ਇਟਲੀ ਦੇ ਵਿੱਚ, ਠੀਕ ਹੈ, ਬਾਹਰੋਂ। ਕੀ ਕਰਨਾ ਫਿਰ ਉਹਨੂੰ ਅੱਗੂ ਜੀ? ਕਹਿੰਦੇ la dichiarazione sommerita scritta, ਜਿਹੜੇ dichiarazione ਜਿਹੜੀ ਇਹਨਾਂ ਨੂੰ ਲਿਖ ਕੇ ਦੇਣੀ ਪੈਣੀ ਹੈ, ਠੀਕ ਹੈ, va presentata ਪ੍ਰੈਜ਼ੈਂਟ ਕਰਨੀ ਹੈ del detentore della merci, ਜਿਹੜਾ detentore della merci ਜਿਹੜਾ ਕਿ ਰਿਸਪੋਂਸੀਬਲ ਹੁੰਦਾ ਜਿਵੇਂ ਸਮਾਨ ਦਾ, ਯਾਨੀ ਕਿ ਪ੍ਰੋਪਰੀਟਾਰੀ ਕਹਿ ਸਕਦੇ ਹਾਂ, ਮਾਲਕ ਹੈ ਜਿਹੜਾ, ਉਹ ਜਾਂ ਫਿਰ al suo rappresentante, ਜਾਂ ਫਿਰ ਉਹਦਾ ਕੋਈ ਨੁਮਾਇੰਦਾ ਹੋਣਾ ਚਾਹੀਦਾ ਹੈ ਜਿਹੜਾ ਕਿ ਇਹਦੇ ਵਿੱਚ ਲਿਖਤ ਰੱਖ ਕੇ ਦਿਆ ਕਿ ਜੋ ਉਹਨੇ ਮਿਸਾਲ ਤੌਰ 'ਤੇ ਸਮਾਨ ਦਾ ਉੱਥੇ ਕਸਟਡੀ ਵਿੱਚ ਦਿੰਦਾ ਹੈ, ਡਾਕੂਮੈਂਟੇਸ਼ਨ ਦੀ ਤਿਆਰ ਕਰਨ ਨੂੰ, ਇਹ ਉਹ ਜੋ ਵੀ ਹੈ, ਅਤੇ ਜਾਂ ਫਿਰ ਜਿਹਨੂੰ ਸਮਾਨ spedizioniere ਯਾਨੀ ਕਿ ਦੁਕਾਨਾਲੇ ਹੈ, ਉਹਨੂੰ ਰਿਪਰੈਜ਼ੈਂਟ ਕਰਨੀ ਹੈ ਤੁਸੀਂ। ਇਹ ਡਿਕਲੇਰੇਸ਼ਨ ਹੈ ਕਿ ਤੁਸੀਂ ਸਮਾਨ ਦਾ ਹੁਣ ਕਿੱਥੇ ਰੱਖਣਾ, ਮਗਾਜ਼ੀਨੀ ਵਿੱਚ ਟੈਂਪੋਰਾਰੀ ਕਸਟਡੀ ਵਿੱਚ ਦੇਣਾ, ਜਾਂ ਫਿਰ ਤੁਸੀਂ ਸਮਾਨ ਨੂੰ ਜਿਹੜਾ ਵੇ ਇਹਦੀ ਦੁਕਾਨਾਂ ਦੀ ਜਿਹੜੇ ਰਿਪਰੈਜ਼ੈਂਟ ਕਰਨੇ ਡਾਕੂਮੈਂਟ ਉਹ ਕੌਣ ਦੇਗਾ, ਮਾਲਕ ਜਾਂ ਫਿਰ ਰਿਪਰੈਜ਼ੈਂਟਾਂਟ, ਯਾਨੀ ਕਿ ਉਹਦਾ ਜਿਹੜਾ ਰਿਸਪੋਂਸੀਬਲ ਹੈ ਜਾਂ ਨੁਮਾਇੰਦਾ ਕੋਈ। ਦੂਸਰੇ ਪੇ ਵੈਰੋ ਹੈ ਕੁਐਸਚਨ ਪਹਿਲਾ, ਕਹਿੰਦੇ ਮੈਗਜ਼ੀਨੀ ਰਿਚੈਂਟੇ ਦੁਕਾਨਾਲ, ਜਿਹੜੇ ਮੈਗਜ਼ੀਨੀ ਜਿੱਥੇ ਕਿ ਸਮਾਨ ਰੱਖੇ ਜਾਂਦੇ, ਡਿਪੋਜ਼ਿਟਾਰੀ ਕਹਿ ਸਕਦੇ ਜਾਂ ਫਿਰ ਜਿਹਨੂੰ ਕਸਟਡੀ ਵਿੱਚ ਦਿੱਤਾ ਜਾਣਾ ਸਮਾਨ ਦੁਕਾਨਾਂ ਦੇ ਵਿੱਚ, ਅਤੇ ਕਹਿੰਦੇ ਨੇ ਰਿਚੈਂਟੇ ਦੁਕਾਨਾਲੀ ਦੀ ਟੈਂਪੋਰਾਰੀ ਕਸਟਡੀ, ਟੈਂਪਰੇਰੀ ਤੌਰ 'ਤੇ ਉਹਨਾਂ ਦੀ ਕਸਟਡੀ ਵਿੱਚ ਜਿਸ ਤੁਸੀਂ ਸਮਾਨ ਦਿੰਦੇ ਹੋ। ਜੇ ਤੁਸੀਂ ਟੈਂਪਰੇਰੀ ਤੌਰ 'ਤੇ ਉਹਨਾਂ ਦੀ ਕਸਟਡੀ ਵਿੱਚ ਸਮਾਨ ਰਖਾਉਂਦੇ ਹੋ ਨਾ, ਇਹ ਨਹੀਂ ਹੈ ਕਿ ਫ੍ਰੀ ਹੋਵੇਗਾ, ਉੱਥੇ ਪੈਸੇ ਹੋਣਗੇ, ਔਰ ਉੱਥੇ ਆਮ ਬਾਹਰ ਨਾਲ ਨਾ ਬਹੁਤ ਜ਼ਿਆਦਾ ਪੈਸੇ ਹੋਣਗੇ। ਦੁਕਾਨਾਂ ਦੇ ਵਿੱਚ ਉੱਥੇ ਇਹ ਨਹੀਂ ਕਿ ਕੋਈ ਚੀਜ਼ ਨਹੀਂ ਮਿਲੇਗੀ, ਉੱਥੇ ਤੁਹਾਨੂੰ ਰਿਹਾਇਸ਼ ਇਹ ਚੀਜ਼ਾਂ ਮਿਲ ਜਾਣਗੀਆਂ ਟੈਂਪਰੇਰੀ ਤੌਰ ਦੇ ਉੱਤੇ, ਯਾਨੀ ਕਿ ਰਹਿਣ ਦੀ ਥਾਂ ਵੀ, ਜਦ ਤੱਕ ਤੁਹਾਡਾ ਸਮਾਨ ਮੰਨ ਲਓ ਕੋਈ ਵੈਰੀਫਿਕੇਸ਼ਨ ਵਿੱਚ ਪੈ ਜਾਂਦਾ ਸਮਾਨ ਤੁਹਾਡਾ, ਇੱਕ ਚੀਜ਼ ਖੋਲ੍ਹ ਕੇ ਦੇਖਦੇ ਨੇ, ਉਸ ਟਾਈਮ ਵੀ ਤੁਹਾਡੇ ਕੋਲ ਰਹਿਣ ਦੀ ਥਾਂ ਉੱਥੇ ਮਿਲ ਜਾਂਦੀ, ਲੇਕਿਨ ਬਹੁਤ ਮਹਿੰਗੀਆਂ ਹੁੰਦੀਆਂ ਨੇ। ਅਤੇ ਕਹਿੰਦੇ ਵੀ ਗੱਲ ਅਸੀਂ ਕਰ ਰਹੇ ਸੀ ਟੈਂਪੋਰਾਰੀ ਕਸਟਡੀ, ਟੈਂਪਰੇਰੀ ਤੌਰ 'ਤੇ ਕਸਟਡੀ ਵਿੱਚ ਦੇਣਾ ਤੁਸੀਂ ਸਮਾਨ। solitamente situati negli spazi doganali della dogana, ਸਿਰਫ ਇਸ ਸਿਚੁਏਸ਼ਨ ਵਿੱਚ ਸਪੇਸ ਦੁਕਾਨਾਲੀ ਜਿਹੜਾ ਦੁਕਾਨਾਂ 'ਤੇ ਹੋਵੇ ਦੇ ਦੂਸਰੇ ਪੇਪਰ ਹੋਇਆ ਵੇ, ਸਿਰਫ ਦੁਕਾਨਾਂ ਦੀ ਸਪੇਸ ਜਿਹੜੀ ਹੋਣੀ, ਯਾਨੀ ਕਿ ਬਾਹਰ ਨਹੀਂ ਗੈਸ ਦੇ ਸਕਦੇ, ਵੀ ਕਿਰੇ ਬਾਹਰ ਕਿਸੇ ਹੋਰ ਹੀ ਗੋਦਾਮ ਵਿੱਚ ਇਹ ਵੋਗੇ ਪਿੱਛੇ ਰਖਾ ਸਕਦੇ, ਯਾਨੀ ਕਿ ਕਸਟਡੀ ਵਿੱਚ ਦੇਣਾ। ਜੇ ਉੱਥੇ ਦੁਕਾਨਾਂ ਦੇ ਵਿੱਚ ਪ੍ਰੋਬਲਮ ਬਣੀ ਤਾਂ ਦੁਕਾਨਾਂ ਦੀ ਕਸਟਡੀ ਵਿੱਚ ਉਹਨਾਂ ਦਾ ਜਿਹੜਾ ਸਪੇਸ ਹੋਵੇਗਾ ਸਪੈਸ਼ਲ ਉੱਥੇ ਹੀ ਦੇ ਸਕਦੇ ਹਾਂ। ਫਿਰ ਹੋਇਆ per le merci extracomunitari, ਯੂਰਪੀਅਨ ਯੂਨੀਅਨ ਤੋਂ ਬਾਹਰ ਜਿਹੜੇ ਸਮਾਨ ਨੇ entrata in Italia, ਇੰਟਰ ਹੁੰਦਾ ਇਟਲੀ ਵਿੱਚ non scortata documenti doganali di transito, documenti doganali di transito ਨਹੀਂ ਹੈ ਜੀ। ਅੱਗੇ ਕਿਹਨੇ ਕਿਹਾ ਸੀ ਜੀ? ਪ੍ਰੋਪਰੀਟਾਰੀ ਜਾਂ ਫਿਰ ਰਿਪਰੈਜ਼ੈਂਟਾਂਟ ਜਿਹੜਾ ਨਾ ਉਹਨੇ ਫਿਰ dichiarazione scritta ਦੇਣੀ ਸੀ, ਠੀਕ ਹੈ। ਕਹਿੰਦੇ ਪਏ ਇੱਥੇ ਕਹਿੰਦੇ ਨੇ ਵੇ ਕੁਐਸਚਨ ਨੰਬਰ 3, ਕਹਿੰਦੇ ਮੇਰਾ dichiarazione sommaria scritta, dichiarazione sommaria ਜਿਹੜੀ scritta ਲਿਖ ਕੇ ਦੇਣੀ ਹੈ, va ripresentata dalla atto trasportatore, ਆਟੋ ਟਰਾਂਸਪੋਰਟਾਤੋਰੇ ਦਾ ਇਹ ਕੰਮ ਨਹੀਂ ਹੈ ਵੀ, ਕਿਹਨੇ ਦੇਣਾ ਜੀ? ਡਿਕਲੇਰੇਸ਼ਨ ਸਕ੍ਰਿਤਾ ਜਿਹੜੀ ਦੇਖ ਕੇ ਦੇਣੀ ਹੈ ਡਿਕਲੇਰੇਸ਼ਨ ਹੈ, ਉਹ ਆਟੋ ਟਰਾਂਸਪੋਰਟਾਤੋਰੇ ਨੇ ਦੇਣੀ ਹੈ, ਕਿਹਨੇ ਦੇਣੀ ਹੈ? ਜਾਂ ਪ੍ਰੋਪਰੀਟਾਰੀ ਨੇ ਜਾਂ ਫਿਰ ਉਹਦੇ ਰਿਪਰੈਜ਼ੈਂਟਾਂਟ ਨੇ, ਜਾਂ ਫਿਰ ਜਿਹੜਾ ਵੀ ਉਹਦਾ ਬੰਦਾ ਉਹ ਰਿਪਰੈਜ਼ੈਂਟ ਕਰੇਗਾ, ਯਾਨੀ ਕਿ ਉਹਦਾ ਨੁਮਾਇੰਦਾ ਹੋਵੇਗਾ। ਇਸ ਕਰਕੇ ਫਾਲਸ ਹੋ ਗਿਆ ਕੁਐਸਚਨ। ਕਹਿੰਦੇ ਵੀ merci doganali e merci per le merci extra UE ਯੂਰਪੀਅਨ ਤੋਂ ਬਾਹਰ ਵਾਸਤੇ entrando in Italia, ਜਿਹੜਾ ਯੂਰਪੀਅਨ ਤੋਂ ਬਾਹਰ ਵਾਲਾ ਸਮਾਨ ਇੰਟਰ ਹੁੰਦਾ ਪਿਆ ਇਟਲੀ ਵਿੱਚ, non scortate documenti doganali di transito, ਜਿਹਦੇ ਨਾਲ ਦੁਕਾਨਾਂ ਦੇ ਡਾਕੂਮੈਂਟ ਨਹੀਂ ਹੈ ਟ੍ਰਾਂਜ਼ਿਟ ਕਰ ਲਈ। La dichiarazione sommaria scritta va presentata da qualsiasi persona, ਕਹਿੰਦੇ ਵੀ ਡਿਕਲੇਰੇਸ਼ਨ ਜਿਹੜੀ ਹੈ ਇਹ ਕੋਈ ਵੀ ਬੰਦਾ ਲਿਖ ਕੇ ਦੇ ਸਕਦਾ, ਆਊਟਿਸਟਾ ਦੇ ਕੋਈ ਵੀ ਦੇ। ਗਲਤ ਕਹਿੰਦੇ ਵੀ ਫਾਲਸ ਹੋਇਆ, ਕੋਈ ਵੀ ਨਹੀਂ ਦੇ ਸਕਦਾ ਇਹ ਵੀ, ਜਾਂ ਪ੍ਰੋਪਰੀਟਾਰੀ ਦੇਵੇਗਾ ਜਾਂ ਫਿਰ ਜਿਹੜਾ ਬੰਦਾ ਉਹ ਰਿਪਰੈਜ਼ੈਂਟ ਕਰੇਗਾ, ਯਾਨੀ ਕਿ ਉਹਦਾ ਨੁਮਾਇੰਦਾ ਕੋਈ ਹੋਵੇਗਾ ਉਹ ਕਰੇਗਾ, ਇਸ ਕਰਕੇ ਫਾਲਸ ਹੋ। ਅਸੀਂ ਤੋਂ ਪਹਿਲੇ ਕੁਐਸਚਨ ਵੀ ਡਿਟੇਲ ਨਾਲ ਪੜ੍ਹ ਕੇ ਆ ਚੁੱਕੇ ਹਾਂ ਇਹਦੇ ਬਾਰੇ। ਕਹਿੰਦੇ ਪਰ merci extra UE ਯੂਰਪੀਅਨ ਦੇ ਬਾਹਰ ਵਾਲਾ ਜਿਹੜਾ ਸਮਾਨ ਹੈ entrata in Italia, ਇੰਟਰ ਹੁੰਦਾ ਇਟਲੀ ਦੇ ਵਿੱਚ, non scortata documenti doganali di transito, ਔਰ ਉਹਦੇ ਨਾਲ ਡਾਕੂਮੈਂਟ ਨਹੀਂ ਹੈਗੇ ਟ੍ਰਾਂਜ਼ਿਟ ਕਰਨੇ ਦੁਕਾਨਾਂ ਦੇ,
La decorazione sommaria scritta va presentata del magazziniere ਦੀ ਕਹਿੰਦੇ ਡੈਕੋਰੇਸ਼ਨ ਜਿਹੜੀ ਹੈ ਨਾ ਮੈਗਜ਼ੀਨਰ ਜਿਹੜਾ ਉਹ ਦੇਗਾ ਮੈਗਜ਼ੀਨਰ ਦਾ ਵੀ ਤਲਕ ਨਹੀਂ ਹੈ ਵੀ ਇਹਦੇ ਨਾਲ ਇਸ ਕਰਕੇ ਵੀ ਫਾਲਸੋ ਕਹਿੰਦੇ ਵੀ magazzini i recenti doganali temporanea costituito ਜਿਹਦੇ ਟੈਂਪਰੇਰੀ ਤੌਰ ਤੇ ਆਤਾ ਹੈ ਜਿਹੜੀ ਦੁਕਾਨਾਂ ਦੀ ਹੈਵੀ ਮੈਗਜ਼ੀਨ ਉੱਥੇ ਜੇ ਤੁਸੀਂ ਸਮਾਨ ਰੱਖਦੇ ਸੋ solitamente situati qualsiasi luogo ਕੋਈ ਵੀ ਜਗ੍ਹਾ ਹੋ ਸਕਦੀ ਹੈ ਜੀ ਅਸੀਂ ਦੂਸਰੇ ਕੁਐਸਚਨ ਵਿੱਚ ਕੀ ਪੜ੍ਹਿਆ ਸੀ ਸਿਰਫ ਸਪੈਸ਼ਲ ਜਿਹੜੀ ਦੁਕਾਨਾਲੀ ਹੁੰਦੇ ਨੇ ਨਾ ਜਿਹੜਾ ਦੁਕਾਨਾਂ ਸਪੈਸ਼ਲ ਸਪੇਸ ਜਿਹੜੇ ਉਹਨਾਂ ਦੇ ਹੁੰਦੇ ਨੇ ਉੱਥੇ ਹੀ ਰੱਖ ਸਕਦੇ ਹਾਂ ਹੋਰ ਕਿਤੇ ਸਪੇਸ ਤਾਂ ਨਹੀਂ ਹੈ ਵੀ ਹੋਰ ਕਿਸੇ ਜਗ੍ਹਾ ਤੇ ਨਹੀਂ ਸਰ ਕਿ ਫਾਲਸੋ magazzini recenti doganali temporanei sostituito sono solitamente situati entro 50 km da un confine ਕਹਿੰਦੇ 50 ਕਿਲੋਮੀਟਰ ਦੇ ਵਿੱਚ ਬਾਰਡਰ ਹੈ ਜਿੱਥੇ ਉਹਦੇ 50 ਕਿਲੋਮੀਟਰ ਦੇ ਨੇੜੇ ਤੇੜੇ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਸਮਾਨ ਆਪਣਾ ਗਲਤ ਕਿਵੇਂ ਫਾਲਸ ਹੋਇਆ ਉਹ ਤੁਹਾਨੂੰ ਦੇਖੋ ਜੀ ਜੇ ਉੱਥੇ ਕਸਟਡੀ ਵੀ ਦਿੰਦੇ ਹੋ ਸਮਾਨ ਉੱਥੇ ਤੁਹਾਨੂੰ ਪੈਂਦਾ ਵੀ ਮਹਿੰਗਾ ਹੈ ਲੇਕਿਨ ਫਿਰ ਵੀ ਰੱਖਣਾ ਉੱਥੇ ਹੀ ਹੈ ਕਿਉਂਕਿ ਕਸਟਮ ਫਰੀ ਹੋਵੇਗਾ ਤਾਂ ਅੱਗੇ ਪਿੱਛੇ ਹੋ ਸਕੇ ਨਾ ਸਮਾਨ ਇਸ ਕਰਕੇ ਫਾਲਸ ਹੋਇਆ I magazzini i recenti doganali di temporanea costituito sono solitamente situati nella grandi città ਕਹਿੰਦੇ magazzini ਜਿਹੜੀ ਹੈ ਦੁਕਾਨਾਂ ਦੀ ਟੈਂਪਰੇਰੀ ਤੌਰ ਤੇ ਜਿਹੜੀ ਹੁੰਦੀ ਹੈ ਕਸਟਡੀ ਵੀ ਦਿੰਦੇ ਨੇ ਸਿਰਫ ਇਹ ਸਿਤੂਆਤ ਸਿਰਫ ਹੋਣਗੀਆਂ ਇਹ ਗ੍ਰਾਂਦੀ città ਵੱਡੀ ਸਿਟੀ ਸ਼ਹਿਰ ਦੇ ਵਿੱਚ ਗੱਲ ਨਹੀਂ ਫਾਲਸ ਹੋਇਆ ਫਜ਼ੂਲ ਜੀ ਗੱਲ ਕੀਤੀ ਨੇ ਵੱਡੇ ਸ਼ਹਿਰਾਂ ਦੇ ਵਿੱਚ ਤੁਸੀਂ ਤਾਂ ਇੰਟਰ ਹੋਣਾ ਜੇ ਦੁਕਾਨਾਂ ਕਲੀਅਰ ਕਰਨਾ ਤੁਸੀਂ ਤੇ ਦੁਕਾਨਾਂ ਕਲੀਅਰ ਹੀ ਨਹੀਂ ਹੋਇਆ ਤੁਸੀਂ ਕਿਵੇਂ ਵੱਡੇ ਸ਼ਹਿਰਾਂ ਨੂੰ ਜਾਣ ਦੇਣਗੇ ਇਸ ਕਰਕੇ ਫਾਲਸ ਹੋ ਕਹਿੰਦੇ ਨੇ ਵੀ ਕੁਐਸਚਨ ਨੰਬਰ 1 ਕਹਿੰਦੇ eventuali ammanchi e merci magazzini doganali ਜੇ ਵਕਤੀ ਤੌਰ 'ਤੇ ਕਿੱਲਤ ਹੋਵੇ ਸਮਾਨ ਦੇ ਰੱਖਣ ਦੀ ਜਿਹੜੀ ਮੈਗਜ਼ੀਨ ਹੁੰਦੀ ਹੈ ਦੁਕਾਨਾਂ ਦੀ ਟੈਂਪੋਰਾਨੀਆ ਟੈਂਪਰੇਰੀ ਤੌਰ 'ਤੇ ਜਿਹੜਾ ਇੱਕ ਸਟੂਡੀਓ ਤੇ ਜਿਸਤੀਤੋ ਦੀ ਪ੍ਰਿਵਾਤੀ ਕਿ ਟੈਂਪਰੇਰੀ ਤੌਰ 'ਤੇ ਜੇ ਕਿਤੇ ਸਮਾਨ ਰਖਾਉਣਾ ਹੋਵੇ ਇੰਤਜ਼ਾਮ ਕਰਨਾ ਹੋਵੇ ਖਾਣ ਦਾ ਇਹ ਯਾਨੀ ਕਿ ਜਿਵੇਂ ਸਮਾਨ ਜਿਹੜਾ ਆਉਂਦਾ ਜਦ ਦੁਕਾਨਾਂ ਵਗੈਰਾ ਪੇ ਨਾ ਹੋਇਆ ਉਹਦੀ ਗੱਲ ਹੋ ਰਹੀ ਹੈ ਦੇ ਦ੍ਰਿਤੋ ਦੀ ਕਨਫੀਨ ਰਿਸਪੌਂਦੇ ਜਿਸ ਤਰ੍ਹਾਂ ਦੀ magazzino ਜਿਸ ਤਰ੍ਹਾਂ ਦੀ ਮੈਗਜ਼ੀਨ ਯਾਨੀ ਕਿ ਮੈਨੇਜਰ ਜਿਹੜਾ ਹੈ ਮੈਗਜ਼ੀਨ ਦਾ ਕਹਿੰਦੇ ਉਹ ਯਾਨੀ ਕਿ ਰਿਸਪੌਂਸੀਬਲ ਹੋਵੇਗਾ ਉਹ ਦੱਸੇਗਾ ਕਿ ਸਮਾਨ ਕਿਵੇਂ ਕਿੱਥੇ ਸੰਭਾਲਣਾ ਠੀਕ ਹੈ ਜੀ ਯਾਨੀ ਕਿ ਮੈਗਜ਼ੀਨ ਜਿਹੜੀ ਉੱਥੇ ਸਮਾਨ ਦੀ ਕਿੱਲਤ ਹੈ ਜਗ੍ਹਾ ਰੱਖਣ ਦੀ ਸਮਾਨ ਥਾਂ ਨਹੀਂ ਹੈ ਵੀ ਤੇ ਉਹ ਉਹਦੀ ਰਿਸਪੌਂਸਿਬਿਲਿਟੀ ਹੈ ਕਿੱਥੇ ਰੱਖਣਾ ਹੈ ਜਾਂ ਕਿਹੜੀ ਮੈਗਜ਼ੀਨ ਵਿੱਚ ਰੱਖਣਾ ਹੈ ਦਰੁਸਤ ਕਿਵੇਂ ਫਿਰ ਹੋਇਆ ਉਹ ਕਿਤੇ ਵੀ ਰਖਾਏ ਜਿੱਥੇ ਦੀ ਰਿਸਪੌਂਸਿਬਿਲਿਟੀ ਹੋਵੇ ਕਹਿੰਦੇ ਮੇਰੀ orari per la sdoganamento della merci sdoganamento ਕਰਾਉਣ ਲਈ ਯਾਨੀ ਕਿ ਦੁਕਾਨਾਂ ਦੇ ਟੈਕਸ ਵਗੈਰਾ ਪੇ ਕਰਕੇ ਸਮਾਨ ਕਢਾਉਣ ਲਈ ਦੁਕਾਨਾਂ ਵਿੱਚੋਂ ਸਮਾਨ ਨੂੰ ਜਿਹੜੇ ਪ੍ਰਿੰਸੀਪਲ ਦੁਕਾਨ ਇਟਾਲੀਅਨ ਜਿਹੜਾ ਇਟਾਲੀਅਨ ਦੁਕਾਨਾਂ ਹੈ ਉਹਦੇ ਵਿੱਚੋਂ ਯਾਨੀ ਕਿ ਸਾਰੇ ਯੂਰਪ ਦਾ ਆਪਣਾ ਆਪਣਾ ਟਾਈਮ ਹੋ ਸਕਦਾ ਹੈ ਜਿਹੜਾ ਇਟਲੀ ਦਾ ਨਾ ਉਹਦਾ ਕੀ ਟਾਈਮ ਹੈ ਦੀ ਕਨਫੀਨ ਦੀ ਤਰੇਸਤੇ solamente sono delle ore ਇਹ ਸਿਰਫ ਆਉਂਦਾ ਹੈ ਇਸ ਟਾਈਮਾਂ ਦੇ ਉੱਤੇ 8 ਵਜੇ ਤੋਂ ਲੈ ਕੇ 18 ਵਜੇ ਤੱਕ ਦਰੁਸਤ ਕਿਵੇਂ ਫਿਰ ਹੋਇਆ 8 ਤੋਂ 18 ਯਾਨੀ ਕਿ ਕੋਈ ਵੀ ਹੋਰ ਟਾਈਮ ਦੱਸਣਗੇ ਨਾ ਮੰਨ ਲਓ ਵੀ 6 ਤੋਂ 10 ਦੱਸਦੇ ਨੇ 6 ਤੋਂ 14 ਤੋਂ ਫਿਰ 14 ਤੋਂ 18 ਇਸ ਤਰ੍ਹਾਂ ਸਾਰੇ ਟਾਈਮ ਗਲਤ ਹੋਣਗੇ ਠੀਕ ਹੈ ਜੀ ਕੁਐਸਚਨ ਗਲਤ ਹੋਣਗੇ 8 ਤੋਂ 20 8 ਤੋਂ 8 10 8 ਤੋਂ 10 ਸਾਰੇ ਕੁਐਸਚਨ ਗਲਤ ਹੋਣਗੇ ਇਹ ਮੁਕੰਮਲ ਟਾਈਮ ਹੁੰਦਾ ਹੈ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 18 ਵਜੇ ਤੱਕ ਯਾਨੀ ਕਿ 10 ਘੰਟੇ ਹੁੰਦੇ ਨੇ ਸ਼ਾਮ 18 ਕਿੰਨੇ 6 ਵਜੇ ਨੇ ਫਿਰ ਹੋਇਆ in mancanza allora ਪਹਿਲਾ ਕੁਐਸਚਨ ਜਿਹੜਾ ਸੀ ਨਾ ਜਿਸਤੋਰੇ ਜਿਹੜਾ ਨਾ ਮੈਨੇਜਰ ਜਿਹੜਾ ਹੁੰਦਾ ਹੈ ਮੈਗਜ਼ੀਨ ਜਿਹੜਾ ਮੈਗਜ਼ੀਨ ਦਾ ਜਿਸਤੋਰੇ ਹੋਵੇਗਾ ਉਹ ਰਿਸਪੌਂਡ ਦੇ ਕਰੇਗਾ ਠੀਕ ਹੈ ਜੀ ਉਹ ਰਿਸਪੌਂਸਿਬਲ ਹੋਵੇਗਾ ਜੇ ਇਹਦੇ ਇਲਾਵਾ ਕੁਝ ਹੋਰ ਵੀ ਕੋਈ ਵੀ ਦੱਸਣ ਟਰਾਂਸਪੋਰਟਾਤੋਰੇ ਜਾਂ ਸਪੈਜ਼ੀਓ ਨੇਰੇ ਜਾਂ ਮਿਟੈਂਟੇ ਇਹ ਸਾਰੇ ਰਿਸਪੌਂਸਿਬਲ ਨਹੀਂ ਹੋਣ ਲੱਗੇ ਕਿਉਂਕਿ ਜਿਹੜਾ ਮੈਗਜ਼ੀਨ ਦਾ ਰਿਸਪੌਂਸਿਬਲ ਮੈਨੇਜਰ ਹੋਵੇਗਾ ਜਿਸ ਤਰ੍ਹਾਂ ਹੋਵੇਗਾ ਉਹਦੇ ਹੀ ਰਿਸਪੌਂਸਿਬਿਲਿਟੀ ਬਣਦੀ ਹੈ ਠੀਕ ਹੈ ਜੀ ਕਿਉਂਕਿ ਇਹਦੇ ਬਾਰੇ ਕਾਫੀ ਕੁਐਸਚਨ ਹੁਣ ਗਲਤ ਹੋਣੇ ਵਾਲੇ ਨੇ ਕਹਿੰਦੇ ਬੇ in mancanza ਹੈ ਹੀ ਨਹੀਂ ਜਦੋਂ ਮੈਰਚੀ ਸਮਾਨ ਨਹੀਂ ਮੈਗਜ਼ੀਨ ਦੇ ਦੁਕਾਨਾਲੀ ਮੈਗਜ਼ੀਨ ਦੁਕਾਨਾਲੀ ਵਿੱਚ ਜਦ ਮੈਂ ਹੀ ਨਹੀਂ ਸਮਾਨ ਤੇ ਫਿਰ ਹਾਲੀ ਹੋਈ ਨਾ ਦੀ ਟੈਂਪਰਾਨੀ ਕਸਟਡੀ ਤੇ ਜਿਸ ਸਥਿਤੀ ਦਾ ਪ੍ਰਾਈਵੇਟ ਜਿਹੜਾ ਟੈਂਪਰੇਰੀ ਤੌਰ ਤੇ ਕਸਟਡੀ ਵਿੱਚ ਜਿਹੜਾ ਸਮਾਨ ਦੇਣਾ ਹੈ ਤੇ ਦ੍ਰਿਤੋ ਦੀ ਕਨਫੀਨ ਰਿਸਪੌਂਡ ਹੈ ਟਰਾਂਸਪੋਰਟਾਤੋਰੇ ਕਹਿੰਦੇ ਇਹ ਰਿਸਪੌਂਸਿਬਲ ਆ ਟਰਾਂਸਪੋਰਟਾਤੋਰੇ ਜਿਹੜਾ ਟਰਾਂਸਪੋਰਟ ਕਰਨ ਵਾਲਾ ਹੈ ਹੁਣ ਟਰਾਂਸਪੋਰਟ ਕਰਨ ਵਾਲਾ ਕਿਵੇਂ ਰਿਸਪੌਂਸਿਬਲ ਹੋਏਗਾ ਦੁਕਾਨਾਂ ਦੇ ਜਦ ਅੰਡਰ ਜਾਣਾ ਤੁਸੀਂ ਦੁਕਾਨਾਂ ਵਾਲੇ ਹੀ ਰਿਸਪੌਂਸਿਬਲ ਹੁੰਦੇ ਨੇ ਇਸ ਕਰਕੇ ਜਿਸਤੋਰੇ ਦਲ ਮੈਗਜ਼ੀਨੋ ਜਿਹੜਾ ਮੈਨੇਜਰ ਹੈ ਮੈਗਜ਼ੀਨੋ ਦਾ ਮੈਗਜ਼ੀਨ ਦਾ ਉਹ ਹੀ ਰਿਸਪੌਂਸਿਬਲ ਹੁੰਦਾ ਇਸ ਕਰਕੇ ਫਾਲਸ ਹੋਇਆ ਅੱਗੇ ਨਿਭੇ in mancanza di merci dei magazzini doganali ਜੇ ਨਾ ਹੋਵੇ ਸਮਾਨ ਰੱਖ ਯਾਨੀ ਕਿ ਮੈਗਜ਼ੀਨ ਦੁਕਾਨ ਵਾਲੀ ਵਿੱਚ ਟੈਂਪਰਾਨੀ ਟੈਂਪਰੇਰੀ ਤੌਰ 'ਤੇ ਜਿਹੜਾ ਕਸਟਡੀ ਜਿਸ ਸਥਿਤੀ ਦਾ ਪ੍ਰਾਈਵੇਟ ਜਿਹੜੇ ਟੈਂਪਰੇਰੀ ਤੌਰ 'ਤੇ ਉਹਦੀ ਇੰਤਜ਼ਾਮ ਕੀਤਾ ਜਾਂਦਾ ਕਿਤੇ ਪ੍ਰਾਈਵੇਟਲੀ ਰਖਾਉਣ ਦਾ ਹੋਰ ਥਾਂ 'ਤੇ
क्योंकि दुकान की जी मैगजीन उनकी जगह नहीं है। dei diritto di confini rispondelo spedizionere नहीं है भी दिखो जी जेस्टोरे जो है magazine है ਉਹਦੀ ਰਿਸਪੌਂਸਿਬਿਲਟੀ ਦੇ ਸਿਰ ਕੇ ਫਾਲਸ ਹੋਇਆ ਵੀ in mancanza di marci nei magazzini doganali di temporaneo costituito e gestito da privati ਜੇ ਮੰਗਾ ਦੀ ਮੱਚ ਜੇ ਸਮਾਨ ਰੱਖਣ ਦੀ ਦੁਕਾਨਾਂ ਦੀ ਮੈਗਜ਼ੀਨ ਵਿੱਚ ਥਾਂ ਨਹੀਂ ਹੈ ਟੈਂਪਰੇਰੀ ਤੌਰ ਤੇ ਕਸਟਡੀ ਵਿੱਚ ਦੇਣਾ ਸਮਾਨ ਤੁਸੀਂ ਪ੍ਰਾਈਵੇਟ ਵੀ ਦੇ ਸਕਦੇ ਜੇ ਕਿਉਂਕਿ ਕੌਣ ਰਿਸਪੌਂਸਿਬਲ ਹੋ ਕੇ ਕਹਿੰਦੇ ਮਿਤਨ ਤੇ ਮਾਲਕ ਭੇਜਣ ਵਾਲਾ ਜਿਹੜਾ ਹੁੰਦਾ ਹੈ ਇਹਦਾ ਕੋਈ ਤਰਕ ਨਹੀਂ ਹੈ ਇਹਦੇ ਨਾਲ ਇਸ ਕਰਕੇ ਗਲਤ ਕਿਵੇਂ ਫਾਲਸ ਹੋਇਆ ਅੱਗੇ ਕਹਿੰਦੇ ਵੀ ਜੀ li orari di timing è parla sdoganamento dogana delle idee merci ਸਮਾਨ ਦੇ ਲਈ nella principale dogana italiana assoluto ਜਿਹੜੀ Italian dogana ਹੈ confine terrestre solamente sono di le ore 6 ਤੋਂ ਲੈ ਕੇ 22 ਤੱਕ ਕਹਿੰਦੇ ਸਿਰਫ 6 ਤੋਂ ਰਾਤੀ 10 ਤੱਕ ਨਹੀਂ 6 ਤੋਂ ਸ਼ਾਮੀ 6 ਤੋਂ ਨਹੀਂ ਸਵੇਰ 8 ਤੋਂ ਸ਼ਾਮੀ 6 ਵਜੇ ਤੱਕ ਹੁੰਦਾ ਟਾਈਮ ਜੇ ਤੁਸੀਂ ਇਸ ਦੁਕਾਨਾ ਮਿਹਨਤ ਕਰਾਉਣਾ ਨਾ ਯਾਨੀ ਕਿ ਦੁਕਾਨਾ ਤੂੰ ਫ੍ਰੀ ਕਰਾ ਕੇ ਆਉਣਾ ਸਮਾਨ ਆਪਣਾ ਤੇ ਉਹਦਾ ਟਾਈਮਿੰਗ ਹੈਗੀ ਹੈ ਸਵੇਰ 8 ਤੋਂ ਸ਼ਾਮ 13 ਤੱਕ ਸ਼ਾਮ 6 ਵਜੇ ਤੱਕ ਇਸ ਕਰਕੇ ਫਾਲਸ ਹੋਇਆ ਇਹ ਕਹਿੰਦੇ ਇਹਦੇ ਵਿੱਚ ਹੋਰ ਕਨਫਿਊਜ਼ ਕੀਤੇ ਨੇ ਕਹਿੰਦੇ ਵੀ ਇਹ orari sdoganamento delle merci principali di dogana italiana di confine di terrestre solamente sono delle ore 8 ਵਜੇ ਤੋਂ ਲੈ ਕੇ alle 14 ਸਵੇਰ 8 ਤੋਂ 14 ਵਜੇ ਤੱਕ ਨਹੀਂ ਸਵੇਰ 8 ਤੋਂ ਸਿੱਧਾ 18 ਵਜੇ ਤੱਕ ਇਹਨੇ 14 ਤੋਂ ਬਾਅਦ ਤਾਂ ਫ੍ਰੀ ਨਹੀਂ ਦੇਣ ਲੱਗੇ ਕਹਿੰਦੇ delle ore 16 18 ਔਰ 16 ਤੋਂ 18 ਤੱਕ ਗਲਤ ਕਿਨ ਫਾਲਸ ਹੈ ਇਹਦੇ ਵਿੱਚ ਕੋਈ ਤਫਰੀ ਨਹੀਂ ਹੈ ਇਹਦੇ ਵਿੱਚ ਕੋਈ ਰੈਸਟ ਟਾਈਮ ਨਹੀਂ ਹੈ ਵੀ ਸਵੇਰ 8 ਤੋਂ ਸ਼ਾਮ 18 ਤੱਕ ਡਾਇਰੈਕਟ ਇਸ ਕਰਕੇ ਫਾਲਸ ਹੋ ਕਹਿੰਦੇ orari di sdoganamento della merci sdoganamento ਕਰਨਾ ਹੋਵੇ ਸਮਾਨ della principale dogana italiana ਤੋਂ i di confine terrestre solamente sono delle 8 alle 20 ਕਹਿੰਦੇ 8 ਵਜੇ ਤੋਂ ਲੈ ਕੇ 20 ਵਜੇ ਤੱਕ 20 ਵਜੇ ਤੋਂ 20 ਵਜੇ ਤੱਕ ਦੇਖੋ ਜੀ ਇਹ ਵੀ ਗਲਤ ਕਹਿੰਦੇ ਪਏ ਫਾਲਸ ਹੋਇਆ 8 ਤੋਂ ਯਾਨੀ ਕਿ ਸ਼ਾਮ 8 ਤੱਕ ਕਹਿੰਦੇ ਨੇ ਵੀ 8 ਤੋਂ ਸ਼ਾਮ 18 ਵਜੇ ਤੱਕ ਯਾਨੀ ਕਿ 6 ਵਜੇ ਤੱਕ ਕਹਿ ਸਕਦੇ ਨੇ 6 PM ਤੱਕ ਕਹਿ ਸਕਦੇ ਹਾਂ 20 ਵਜੇ ਤੱਕ ਨਹੀਂ ਹੈ ਫਾਲਸ ਹੋ ਕਹਿੰਦੇ ਪਏ ਜੀ magazzini di temporanea custodia sono solitamente ਦੇਖੋ ਜੀ solamente ਨਹੀਂ ਹੈ solitamente ਹੈ solitamente ਹੁੰਦਾ ਯਾਨੀ ਕਿ ਆਮ ਤੌਰ ਦੇ ਉੱਤੇ ਠੀਕ ਹੈ ਨਾਰਮਲੀ ਜਨਰਲੀ ਕਹਿੰਦੇ ਵੀ ਜਸਤੀ ਤੋਂ ਕਹਿੰਦੇ ਵੀ ਜਿਹੜਾ ਦੁਕਾਨਾਂ ਦਾ ਟੈਂਪਰੇਰੀ ਤੌਰ ਤੇ ਕਸਟਡੀ ਵਿੱਚ ਦੇਣਾ ਸਮਾਨ ਮੈਗਜ਼ੀਨ ਦਾ ਜਿਹੜਾ ਠੀਕ ਹੈ ਮੈਗਜ਼ੀਨ ਜਿਹੜਾ ਟੈਂਪਰੇਰੀ ਤੌਰ ਤੇ ਮੈਗਜ਼ੀਨ ਦੇ ਵਿੱਚ ਟੈਂਪਰੇਰੀ ਤੌਰ ਤੇ ਕਸਟਡੀ ਵਿੱਚ ਦੇਈਦਾ ਸਮਾਨ solitamente ਯਾਨੀ ਕਿ ਆਮ ਤੌਰ ਦੇ ਉੱਤੇ ਜਸਤੀ ਤੋਂ ਦਲਾ ਦੁਕਾਨਾਂ ਇਹ ਆਮ ਤੌਰ ਤੇ solamente ਨਹੀਂ ਹੈ ਵੀ ਇਹ solitamente ਹੈ solamente ਹੁੰਦਾ ਸਿਰਫ solitamente ਆਮ ਤੌਰ ਦੇ ਉੱਤੇ ਆਮ ਤੌਰ ਤੇ ਜਸਤੀ ਤੋਂ ਦਲਾ ਦੁਕਾਨਾਂ ਇਹ ਇੰਤਜ਼ਾਮ ਕੀਤੇ ਜਾਂਦੇ ਦੁਕਾਨੇ ਤਰਫੋਂ ਦਰੁਸਤ ਕਹਿਣ ਪੇ ਫਿਰ ਦੁਕਾਨਾਂ ਹੀ ਹੁੰਦਾ ਕਿ ਕੋਈ ਤੁਸੀਂ ਦੁਕਾਨਾਂ ਜਾਣਾ ਟੈਂਪਰੇਰੀ ਤੌਰ ਤੇ ਜੇ ਤੁਸੀਂ ਸਮਾਨ ਕਸਟਡੀ ਵਿੱਚ ਰਖਾਉਣਾ ਹੈ ਕਸਟਮ ਨਹੀਂ ਪੇ ਹੋਇਆ ਕੋਈ ਪ੍ਰੋਬਲਮ ਹੈ ਚੈੱਕ ਵਗੈਰਾ ਕਰਨਾ ਜੋ ਵੀ ਹੈ ਤਾਂ ਜੇ ਉੱਥੇ ਜੇ ਕਸਟਡੀ ਵਿੱਚ ਟੈਂਪਰੇਰੀ ਤੌਰ ਤੇ ਰੱਖਣਾ ਹੋਵੇ ਸਮਾਨ ਰਖਾਉਣਾ ਹੋਵੇ ਤੇ ਕਿਹਦੇ ਤੇ ਰਿਸਪੌਂਸਿਬਿਲਿਟੀ ਹੋਵੇਗੀ ਦੁਕਾਨਾਂ ਤੇ ਦਰੁਸਤ ਕਹਿਣ ਪੇ ਫਿਰ ਹੋਇਆ ਕਹਿੰਦੇ le merci arrivano nella trattoria doganale ਜਿਹੜੇ ਇਟਾਲੀਆ ਨੂੰ ਕਹਿੰਦੇ trattoria ਇਟਾਲੀ ਯਾਨੀ ਕਿ trattoria ਦਾ ਇਲਾਕਾ ਜਿਹੜਾ ਦੁਕਾਨਾਂ ਦਾ ਇਲਾਕਾ ਹੈਗਾ ਇਟਾਲੀਅਨ ਦਾ qualora non abbiano già ricevuto una destinazione doganale ਜਿਨ੍ਹਾਂ ਕੋਲ ਨਹੀਂ ਹੈ ਇੱਕ ਡੈਸਟੀਨੇਸ਼ਨ ਯਾਨੀ ਕਿ ਮੰਜ਼ਿਲ ਯਾਨੀ ਕਿ ਜਿੱਥੇ ਜਾਣਾ ਦੁਕਾਨਾਂ ਦੀ ਠੀਕ ਹੈ ਜਿਨ੍ਹਾਂ ਕੋਲ ਨਹੀਂ ਹੈ debbono essere formare a oggetto di una dichiarazione ਕਹਿੰਦੇ ਉਹਨਾਂ ਨੂੰ ਚਾਹੀਦਾ ਹੈ ਇੱਕ ਡਿਕਲੇਰੇਸ਼ਨ ਦੇਣ ਕਰਕੇ ਇਸ ਸਮਾਰੀਆ ਸਕ੍ਰਿਤਾ ਲਿਖੀ ਹੋਈ preso la dogana di entrata ਜਿਸ ਦੁਕਾਨਾਂ ਵਿੱਚ ਇੰਟਰ ਹੋਣਾ ਉਹਨਾਂ ਠੀਕ ਹੈ ਜਿਹੜੇ ਦੁਕਾਨਾਂ ਜਿਹੜੀ ਕੰਟਰੀ ਵਿੱਚ ਯਾਨੀ ਕਿ ਕਈ ਕੰਟਰੀਆਂ ਹੁੰਦੀਆਂ ਜਿਹਦੇ ਵਿੱਚ ਤੁਸੀਂ ਸਿਰਫ ਟ੍ਰਾਂਜ਼ਿਟ ਕਰਨਾ ਹੁੰਦਾ ਹੈ ਮੰਨ ਲਓ ਮੈਂ ਇੱਥੇ ਜਾਣਾ ਪੁਰਤਗਾਲ ਤੇ ਮੈਂ ਕਹਾਂਗਾ ਜੀ ਨਹੀਂ ਜੀ ਮੈਂ ਟ੍ਰਾਂਜ਼ਿਟ ਕਰਨਾ ਸਿਰਫ ਇੱਥੋਂ ਸਵਿਟਜ਼ਰਲੈਂਡ ਵੀ ਲੇਕਿਨ ਮੈਂ ਦੁਕਾਨਾਂ ਇੱਥੇ ਨਹੀਂ ਜਾਣਾ ਹੈ ਵੀ ਸਮਾਨ ਇੱਥੇ ਨਹੀਂ ਪ੍ਰੋਵਾਈਡ ਕਰਨਾ ਜਾਣਾ ਮੈਂ ਪੁਰਤਗਾਲ ਹੈ ਅੱਗੋਂ ਫਰਾਂਸ ਜਾਂ ਸਪੇਨ ਦੂਜੀਆਂ ਕੰਟਰੀਆਂ ਤੋਂ ਹੋ ਕੇ ਜਾਵਾਂਗਾ ਉਹ ਟ੍ਰਾਂਜ਼ਿਟ ਵਾਲੀਆਂ ਹੋਣਗੀਆਂ ਨਾ ਤੇ ਫਿਰ ਮੈਨੂੰ ਲਿਖ ਕੇ ਦੇਣਾ ਪਵੇਗਾ ਕਿ ਕਿੱਥੇ ਮੈਂ ਇੰਟਰ ਹੋਣਾ ਠੀਕ ਹੈ ਇਹ ਯੂਰਪੀਅਨ ਕੰਟਰੀ ਇੱਥੇ ਦੁਕਾਨਾਂ 'ਤੇ ਪੇ ਨਹੀਂ ਹੁੰਦਾ ਵੈਸੇ ਐਗਜ਼ਾਮਪਲ ਤੌਰ 'ਤੇ ਮੈਂ ਦੱਸਿਆ ਅਤੇ ਜਿਹੜੀ ਕੰਟਰੀ ਦੇ ਵਿੱਚ ਯਾਨੀ ਕਿ ਲਿਖਿਆ ਹੋਣਾ ਚਾਹੀਦਾ ਇਹ ਨਹੀਂ ਕਿ ਵਰਬਲ ਹੈ ਤੁਸੀਂ ਮੂੰਹ ਦੇ ਨਾਲ ਮੂੰਹ ਜ਼ਬਾਨ ਦੱਸ ਦਿਓ ਮੈਂ ਫਲਾਣੀ ਕੰਟਰੀ ਚੱਲਣਾ ਲਿਖਿਆ ਦੱਸਿਆ ਹੋਣਾ ਚਾਹੀਦਾ ਵੀ ਮੈਂ ਕਿਹੜੀ ਕੰਟਰੀ 'ਚ ਚੱਲਣਾ ਹੈ ਠੀਕ ਹੈ ਜੀ ਔਰ ਬਾਕੀ ਜਿਹੜੇ ਜਨਰਲ ਡਾਕੂਮੈਂਟ ਉਹ ਵੀ ਪ੍ਰੋਵਾਈਡ ਕਰਨੇ ਹੁੰਦੇ ਨੇ ਇਸ ਕਰਕੇ ਅਵੇਅਰ ਹੋਇਆ ਠੀਕ ਹੈ ਇਹ ਕਹਿੰਦੇ ਲਿਖਿਆ ਹੋਣਾ ਚਾਹੀਦਾ
dogana di entrata davvero è. E che nei magazzini di temporanea questi diti sono solitamente che nei temporary तौर ते मैगजीन भी ਜਿਹੜਾ ਤੁਸੀਂ ਸਮਾਨ ਕਸਟਡੀ ਵਿੱਚ ਦਿੰਦੇ ਹੋ sono solitamente e ਆਮ ਤੌਰ ਤੇ ਹੁੰਦੇ ਨੇ gestiti da trasportatori ਭਾਈ ਤੁਸੀਂ ਦੁਕਾਨਾਂ ਦੇ ਏਰੀਏ ਜਾਣਾ ਪਿਆ ਤਾਂ ਫਿਰ ਤੁਸੀਂ ਦੁਕਾਨਾਂ ਦੇ ਕੋਲੋਂ ਪੁੱਛਣਾ ਦੁਕਾਨਾਂ ਵਾਲਿਆਂ ਕੋਲੋਂ ਉਹਨਾਂ ਦੇ ਇੰਤਜ਼ਾਮ ਹੁੰਦਾ ਉਹ ਜਸਤੀਤੀ ਕਰਨਗੇ ਇਹ ਟਰਾਂਸਪੋਰਟਾਤੋਰੀ ਜੇ ਟਰਾਂਸਪੋਰਟ ਕਰਨ ਵਾਲੇ ਉਹਦਾ ਕੋਈ ਤਲਕ ਨਹੀਂ ਹੈ ਵੀ ਸਰ ਫਾਲਸ ਹੋਇਆ Eigenve magazzini di temporaneo custodio sono solitamente gestiti dogani ਕਹਿੰਦੇ ਵੀ ਇਸ ਜਿਹੜਾ ਤੁਸੀਂ ਟੈਂਪਰੇਰੀ ਤੌਰ 'ਤੇ ਸਮਾਨ ਜਿਹੜਾ ਕਸਟਡੀ ਵਿੱਚ ਦੇਣਾ ਹੈ ਇਹ solitamente ਆਮ ਤੌਰ 'ਤੇ gestiti dalla spedizionieri ਯਾਨੀ ਕਿ ਜਿਨ੍ਹਾਂ ਕੋਲ ਸਮਾਨ ਤੁਸੀਂ ਜਿਹੜੇ ਸਮਾਨ spedizionieri ਹੁੰਦੇ ਨੇ ਸਮਾਨ ਭੇਜਣ ਵਾਲੇ ਠੀਕ ਹੈ ਜਿਹੜੇ spedizionieri ਨੇ ਕਹਿੰਦੇ ਹੁਣ ਉਹ ਜਸਤੀਰੇ ਕਰਨਗੇ ਉਹ ਦੇਖਣਗੇ ਸੋਚਣਗੇ ਇਹਦੇ ਬਾਰੇ ਦੇਖੋ ਜੀ ਜਦ ਦੁਕਾਨਾਂ 'ਤੇ ਜਾਣਾ ਤਾਂ ਫਿਰ ਦੁਕਾਨਾਂ ਵਾਲੇ ਹੀ ਦੇਖਣਗੇ ਠੀਕ ਹੈ spedizionieri ਹੁੰਦੇ ਨੇ ਇੱਕ ਮਾਲਕ ਹੁੰਦਾ ਹੈ ਜਿਹੜਾ ਕਿ ਮਿਸਾਲ ਤੌਰ 'ਤੇ ਪੋਸਟ ਦੇ ਥਰੂ ਸਮਾਨ ਭੇਜਦਾ ਹੈ ਪੋਸਟ ਵਾਲੇ ਨੇ ਅੱਗੇ ਕੰਟਰੈਕਟ ਕੀਤੇ ਹੈ ਬਾਰਤਲੂਨੀ ਦੇ ਗੱਡੀਆਂ ਨਾਲ ਗੱਡੀਆਂ ਬਾਰਤਲੂਨੀ ਦੀਆਂ ਨੇ ਉਹ ਟਰਾਂਸਪੋਰਟ ਕਰਦੀਆਂ ਨੇ ਪੋਸਟ ਵਾਲੇ ਕੀ ਨੇ ਫਿਰ ਪੋਸਟ ਨਾਲ ਕੰਟਰੈਕਟ ਲਿਆ ਉਹਨਾਂ ਕੋਲੋਂ spedizionieri ਹੋ ਗਏ ਫਿਰ ਠੀਕ ਹੈ ਉਹਨਾਂ ਨੇ ਅੱਗੇ ਕੰਟਰੈਕਟ ਕੀਤਾ ਅੱਗੇ ਉਹਨਾਂ ਨੇ ਸਮਾਨ ਭੇਜਿਆ spedizionieri ਸਮਾਨ ਯਾਨੀ ਕਿ ਪਿੱਛੂ ਮਾਲਕ ਤੋਂ ਲੈ ਕੇ ਸਮਾਨ ਅੱਗੇ ਨਵਾਂ ਕੰਟਰੈਕਟ ਕਰਕੇ ਤੇ ਗੱਡੀਆਂ ਨੂੰ ਦੇਣੇ ਵਾਲੇ spedizionieri ਹੋ ਗਏ ਭੇਜਣ ਵਾਲੇ ਹੁੰਦੇ ਨੇ ਠੀਕ ਹੈ ਲੇਕਿਨ ਮਿਤਿਆਂ ਤੋਂ ਬਾਅਦ ਹੁੰਦੇ ਨੇ ਇਸ ਕਰਕੇ ਇਹਨਾਂ ਦੇ ਕੋਲੋਂ ਕਹਿੰਦੇ gestiti degli spedizionieri ਦੁਕਾਨਾਂ 'ਤੇ ਤੁਸੀਂ ਇੰਤਜ਼ਾਮ ਉਹਨਾਂ ਨੇ ਕਰਨਾ ਹੈ ਗਲਤ ਕਿਵੇਂ ਫਾਲਸ ਹੋਇਆ ਉਹ ਤਾਂ ਭੇਜਣ ਵਾਲੇ ਨੇ ਸਿਰਫ ਠੀਕ ਹੈ ਦੁਕਾਨਾਂ ਦੇ ਹੱਥ ਜਿਹੜੇ ਤਾਂ ਦੁਕਾਨਾਂ ਵਾਲੇ ਇੰਤਜ਼ਾਮ ਕਰਨਗੇ ਫਾਲਸ ਹੋ magazzini di temporanea custodio sono solitamente gestiti dal magazziniere ਹੁੰਦਾ ਮੈਗਜ਼ੀਨ ਦਾ ਜਿਹੜਾ ਉਸ ਤੋਂ ਰਿਸਪੌਂਸੀਬਲ ਹੁੰਦਾ ਠੀਕ ਹੈ ਦੇਖੋ ਜੀ ਉਹ ਤਾਂ ਕਰੇਗਾ ਤਾਂ ਜੇ ਦੁਕਾਨਾਂ ਵਾਲੇ ਕਹਣਗੇ ਦੁਕਾਨਾਂ ਦੀ ਜੇ ਤੁਸੀਂ ਦੁਕਾਨਾਂ 'ਤੇ ਆਓ ਨਾ ਤਾਂ ਦੁਕਾਨਾਂ ਵਾਲੇ ਹੀ ਉਹ ਰਿਸਪੌਂਸੀਬਲ ਹੋਣਗੇ ਉਹ ਅੱਗੋਂ ਉਹਨਾਂ ਦੇ ਮੈਗਜ਼ੀਨੀਅਰ ਹੋਣਗੇ ਹਰ ਕੋਈ ਮੈਗਜ਼ੀਨੀਅਰ ਜਿਹੜਾ ਨਾ ਮੈਗਜ਼ੀਨ ਵਾਲੇ ਜਿਹੜੇ ਨਾ ਉੱਥੇ ਤੁਸੀਂ ਸਮਾਨ ਕਸਟਡੀ ਵਿੱਚ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਦੁਕਾਨਾਂ 'ਤੇ ਏਰੀਆ ਵਿੱਚੋਂ ਤਾਂ ਫਿਰ ਦੁਕਾਨਾਂ 'ਤੇ ਹੀ ਜਿਹੜਾ ਹੋਵੇਗਾ ਜਿੱਥੇ ਰਿਸਪੌਂਸੀਬਲ ਹੋਣਗੇ ਉਹਨਾਂ ਜਿੱਥੇ ਮੈਗਜ਼ੀਨ ਹੋਣਗੇ ਉੱਥੇ ਹੀ ਤੁਸੀਂ ਸਮਾਨ ਰੱਖਣਾ ਹੈ ਇਸ ਕਰਕੇ ਇਹ ਕੁਐਸਚਨ ਵੀ ਫਾਲਸ ਹੋ ਕਹਿੰਦੇ ਪਰ merci in arrivo ਜਿਹੜਾ merci ਆਉਂਦਾ territorio doganale italiano ਤੇ ਇਲਾਕੇ ਦੁਕਾਨਾਂ ਦੇ ਵਿੱਚ ਇਟਾਲੀਅਨ ਦੇ ਵਿੱਚ qualora non abbiano già ricevuto una destinazione doganale ਜਿਨ੍ਹਾਂ ਕੋਲ ਜੀ ਰਿਸੀਵ ਨਹੀਂ ਕੀਤੀ ਹੈ ਜਿਨ੍ਹਾਂ ਕੋਲ ਹੈ ਨਹੀਂ ਡੈਸਟੀਨੇਸ਼ਨ ਦਾ ਕੋਈ ਲੈਟਰ ਵਗੈਰਾ ਵੀ ਕਿੱਥੇ ਇੰਤਰਾਤਾ ਹੋਣਾ ਕਿਹੜੇ ਮੁਲਕ ਵਿੱਚ debbono firmare oggetto di una dichiarazione che ਇੱਕ dichiarazione ਬਣਾਉਣ sommaria verbale ਗਲਤ ਹੋ ਗਿਆ ਸੀ verbale ਨਹੀਂ ਹੁੰਦੀ ਇਹ scritto ਆਉਂਦੀ ਹੈ preso in qualsiasi dogana ਕਿਸੇ ਵੀ ਦੁਕਾਨਾਂ 'ਤੇ ਗਲਤ ਕਿਵੇਂ ਫਾਲਸ ਹੋਇਆ ਪਹਿਲੀ ਗੱਲ qualsiasi ਦੁਕਾਨਾਂ 'ਤੇ ਨਹੀਂ ਜਿੱਥੇ ਇੰਤਰਾਤਾ ਹੋਵੇ ਦੂਜੀ ਗੱਲ ਉਹ ਉੱਥੇ ਉਹਦੀ ਦਿਕਰਾਰੇ ਕਰਨਾ ਹੁੰਦਾ ਔਰ verbale ਨਹੀਂ ਹੁੰਦਾ sommaria scritta ਹੁੰਦਾ ਇਸ ਕਰਕੇ ਫਾਲਸ ਹੋ verbale ਹੁੰਦਾ ਮੂੰਹ ਜ਼ਬਾਨੀ ਕਹਿ ਦਿੱਤਾ ਮੂੰਹ ਜ਼ਬਾਨੀ ਨਹੀਂ ਕਹਿਣਾ ਵੀ ਲਿਖਿਆ ਹੋਣਾ ਚਾਹੀਦਾ ਹੈ ਕਹਿੰਦਾ merci in arrivo nella territoria doganale italiana ਕਹਿੰਦੇ ਸਮਾਨ ਜਿਹੜਾ ਆਉਂਦਾ ਹੈ territorio italiano ਇਟਲੀ ਦੇ ਵਿੱਚ ਦੁਕਾਨਾਂ ਦੇ ਵਿੱਚ territorio ਯਾਨੀ ਕਿ ਇਲਾਕੇ ਇਟਾਲੀਅਨ ਦੁਕਾਨਾਂ ਦੇ ਇਲਾਕੇ ਵਿੱਚ qualora non abbiano già ricevuto una destinazione doganale ਜਿਨ੍ਹਾਂ ਕੋਲ ਜੀ ਡੈਸਟੀਨੇਸ਼ਨ ਹੈ ਦੁਕਾਨਾਂ ਦੀ debbono firmare oggetti di dichiarazione sommaria verbale ਫਿਰ verbale ਕਰਨੇ ਨੇ ਇਹ sommaria dichiarazione sommaria scritta ਹੋਣੀ ਚਾਹੀਦੀ ਹੈ ਠੀਕ ਹੈ ਕਹਿੰਦੇ ਮਿਨਿਸਟਰ ਦਾ ਟਰਾਂਸਪੋਰਟ ਦੀ ਮਿਨਿਸਟਰ ਦੇ ਟਰਾਂਸਪੋਰਟ ਦੀ ਤਰਫੋਂ ਗਲਤ ਕਿਵੇਂ ਫਾਲਸ ਹੋਇਆ ਵੀ ਇਸ ਕਰਕੇ ਕਿਉਂਕਿ ਦੁਕਾਨਾਂ ਦੇ ਇੰਟਰੈਂਸ ਦਾ ਦੱਸਣਾ ਹੁੰਦਾ ਕਿੱਥੇ ਕਿਹੜੇ ਦੁਕਾਨਾਂ ਤੋਂ ਇੰਟਰ ਹੋਣਾ ਹੈ ਇਸ ਕਰਕੇ ਇਹ ਮਿਨਿਸਟਰ ਦਾ ਟਰਾਂਸਪੋਰਟ ਤੋਂ ਤਲਕ ਨਹੀਂ ਹੈ ਵੀ ਔਰ ਦੂਜੀ ਚੀਜ਼ ਉਸ ਤੋਂ ਪਹਿਲੇ ਇਹ ਵਰਬਾਲੇ ਨਹੀਂ ਹੋ ਸਕਦਾ ਕਹਿੰਦੇ ਮੈਨੇ ਇਹ merci in arrivo nella territoria doganale ਜਿਹੜਾ ਦੁਕਾਨਾਂ ਦੇ ਵਿੱਚ ਸਮਾਨ ਆਉਂਦਾ ਪਿਆ doganale italiane ਵਿੱਚ qualora non abbiano già ricevuto ਜਿਹਨਾਂ ਕੋਲ ਨਹੀਂ ਹੈ ਅਜੇ una destinazione doganale ਨਹੀਂ ਹੈ debbono formare oggetti di dichiarazione sommaria verbale al comune di entrata ਕਹਿੰਦੇ ਨੇ ਤੁਸੀਂ dichiarazione ਬਣਾਉਣੀ ਹੈ
सोमारी वर्बाले तो बनानी नहीं है। फिर कहते हैं कम्यूनी इंतरा जिस कम्यूनी च इंटर होना नहीं, जिस कंट्री बिच इंटर होना, जिस दुकान च इंटर होना उत्थै ओह्दा लिखना डिक्लेयर करना होंदा, इस करके भी फाल्स हो। ਹੁਣ ਜੀ ਤੇ ਗੱਲ ਕਰਦੇ ਹਾਂ ਅਸੀਂ ਦੁਕਾਨਾਂ ਦੇ ਉੱਤੇ। ਜਦ ਤੁਹਾਡਾ ਜਦ ਤੁਸੀਂ ਦੁਕਾਨਾਂ ਕਿਸੇ ਦੇ ਵਿੱਚ ਇੰਟਰ ਹੁੰਦੇ ਹੋ ਤਾਂ ਤੁਹਾਨੂੰ ਕਿਹਦਾ ਸਾਹਮਣਾ ਕਰਨਾ ਪਵੇਗਾ ਜੀ। ਠੀਕ ਹੈ ਜੀ, ਸਭ ਤੋਂ ਪਹਿਲੇ ਜਦ ਤੁਸੀਂ ਦੁਕਾਨਾਂ ਦੇ ਵਿੱਚ ਇੰਟਰ ਹੁੰਦੇ ਹੋ ਨਾ, ਤੁਹਾਨੂੰ ਸਭ ਤੋਂ ਪਹਿਲੇ ਸਾਹਮਣਾ ਕਰਨਾ ਪਵੇਗਾ ਗੁਆਰਡੀਆ ਦੀ ਫਾਈਨਾਂਸ ਦਾ। ਠੀਕ ਹੈ ਜੀ, ਉਹ ਅੱਗੋਂ ਫਿਰ ਤੁਹਾਡੇ ਡਾਕੂਮੈਂਟਸ ਵਗੈਰਾ ਵੈਰੀਫਾਈ ਕਰਕੇ ਅੱਗੇ ਭੇਜਣਗੇ ਦੁਕਾਨਾਂ ਵਾਲੇ ਨੂੰ। ਤੇ ਕਹਿੰਦੇ ਪਏ ਸਰਵਿਸ ਦੇ ਦੁਕਾਨ ਵਾਲੇ ਜਿਹੜੇ ਰਿਸਕੋਂਤਰਾ ਇਜ਼ਰਚਿਤਾto ਜਿਹੜੇ ਸਰਵਿਸ ਦੁਕਾਨਾਂ 'ਤੇ ਜਿਹੜੇ ਕੰਮ ਕਰਦੇ ਨੇ, ਜੇ ਤੁਹਾਨੂੰ ਸਾਹਮਣਾ ਹੋਵੇਗਾ ਪਹਿਲੇ ਮਿਲਟਰੀ ਦੇ ਨਾਲ, ਗੁਆਰਡੀਆ ਦੀ ਫਾਈਨਾਂਸ ਦੇ ਨਾਲ। ਠੀਕ ਹੈ, ਦਰੁਸਤ ਕਹਿਣ 'ਤੇ ਫਿਰ ਹੋਇਆ ਸਭ ਤੋਂ ਪਹਿਲੇ ਤੁਹਾਡਾ ਗੁਆਰਡੀਆ ਦੀ ਫਾਈਨਾਂਸ ਦੇ ਨਾਲ ਹੀ ਜਿਹੜੇ ਉੱਥੇ ਕੰਮ ਕਰਦੇ ਨੇ ਉਹਨਾਂ ਨਾਲ ਹੀ ਸਾਹਮਣਾ ਹੋਵੇਗਾ। ਠੀਕ ਹੈ ਜੀ, ਦਰੁਸਤ ਕਹਿਣ 'ਤੇ ਫਿਰ ਹੋਇਆ ਕਹਿੰਦੇ ਸਰਵਿਸ ਦੁਕਾਨ ਵਾਲੇ ਜਿਹੜਾ ਹੈ riscontro esercitato da funzionari ਦੀ ਦੁਕਾਨ ਵਾਲੀ। ਫੰਕਸ਼ਨਰੀ ਦੁਕਾਨ ਵਾਲੀ ਜੀ ਦੁਕਾਨਾਂ ਦੇ ਨਾਲ ਦੁਕਾਨਾਂ ਦੀ ਫੋਰਸ ਜਿਹੜੀ ਬੇਸਿਕਲੀ ਅਲੱਗ ਹੁੰਦੀ ਹੈ, ਔਰ ਉਹਦੀ ਉਸ ਫੋਰਸ ਦੇ ਕੋਲ ਤੁਸੀਂ ਬਾਅਦ ਵੀ ਪਹੁੰਚਦੇ ਪਹਿਲੇ ਗੁਆਰਡੀਆ ਦੀ ਫਾਈਨਾਂਸ ਦੇ ਕੋਲ ਪਹੁੰਚਦੇ, ਇਸ ਕਰਕੇ ਫਾਲਸ ਹੋਇਆ। ਕਹਿੰਦੇ ਸਰਵਿਸ ਦੁਕਾਨ ਵਾਲੇ ਜਿਹੜੇ riscontrano esercitato della spedizionare ਕਹਿੰਦੇ della spedizionare ਜਿਹੜਾ ਹੈ spedizionare doganale ਦੇ ਨਾਲ ਤੁਹਾਡਾ ਕੋਈ ਤਲਕ ਨਹੀਂ ਹੈ ਸਭ ਤੋਂ ਪਹਿਲੇ। ਠੀਕ ਹੈ ਜੀ, ਸਭ ਤੋਂ ਪਹਿਲੇ ਤੁਸੀਂ ਮਿਲਣਾ ਗੁਆਰਡੀਆ ਦੀ ਫਾਈਨਾਂਸ ਨੂੰ। ਠੀਕ ਹੈ ਜੀ, ਇਸ ਕਰਕੇ ਇਹ ਵੀ ਕੁਐਸਚਨ ਫਾਲਸ ਹੋ। ਕਹਿੰਦੇ ਪਏ spedizionare doganale ਦੇ ਨਾਲ ਤੁਹਾਡਾ ਕੋਈ ਤਲਕ ਨਹੀਂ ਹੈ ਉੱਥੇ। ਠੀਕ ਹੈ, spedizionare ਜਿਹੜੇ ਹੁੰਦੇ ਨੇ ਨਾ, ਜਿਹੜੇ ਭੇਜਣ ਵਾਲੇ ਹੁੰਦੇ ਨੇ ਪਿੱਛੇ, ਜਿਵੇਂ ਕਿ ਮੈਂ ਉੱਥੋਂ ਇਟਲੀ ਵਿੱਚੋਂ ਲੈ ਕੇ ਜਾਣਾ, ਜਿਵੇਂ ਕਿ ਪੋਸਤੇ ਵਾਲੇ ਹੋਣਗੇ ਇੱਥੇ, ਤਾਂ ਪੋਸਤੇ ਵਾਲੇ ਹੋਣਗੇ spedizionare ਨੇ ਉਹਨਾਂ ਉਹ ਭੇਜਣ ਵਾਲੇ ਨੇ, ਲੇਕਿਨ ਦੁਕਾਨਾਂ ਦੇ ਵਿੱਚ ਇੱਥੇ ਕੋਈ ਸਪੈਸੀਫਿਕ ਇਸ ਤਰ੍ਹਾਂ ਦੇ ਕੋਈ ਨਹੀਂ ਹੁੰਦੇ। ਸਭ ਤੋਂ ਪਹਿਲੇ ਅਸੀਂ ਜਾ ਕੇ ਮਿਲਣਾ ਹੁੰਦਾ ਗੁਆਰਡੀਆ ਦੀ ਫਾਈਨਾਂਸ ਨੂੰ। ਕਹਿੰਦੇ ਪਏ ਸਰਵਿਸ ਦੁਕਾਨ ਵਾਲੇ riscontrano esercitato dei carabinieri ਨੂੰ ਵੀ ਨਹੀਂ ਮਿਲਣਾ ਹੁੰਦਾ। ਸਭ ਤੋਂ ਪਹਿਲੇ ਤੁਸੀਂ ਮਿਲਣਾ ਹੁੰਦਾ ਹੈ ਕਾਰਬਨੇਰੀ ਦੇ ਸ਼ਹਿਰਾਂ ਦੇ ਵਿੱਚ ਹੁੰਦੀ ਹੈ ਨਾ, ਸਭ ਤੋਂ ਪਹਿਲੇ ਤੁਸੀਂ ਗੁਆਰਡੀਆ ਦੀ ਫਾਈਨਾਂਸ ਨੂੰ। ਠੀਕ ਹੈ, ਉਹਨਾਂ ਨੂੰ ਮਿਲਣਾ ਹੈ, ਫਿਰ ਬਾਅਦ ਵਿੱਚ ਤੁਸੀਂ ਦੁਕਾਨਾ ਕਸਟਮ ਪੁਲਿਸ ਜਿਹੜੀ ਹੁੰਦੀ ਹੈ, ਕਸਟਮ ਫੋਰਸ ਜਿਹੜੀ ਹੁੰਦੀ ਹੈ ਦੁਕਾਨਾ ਫੋਰਸ, ਉਹਨਾਂ ਨੂੰ ਫਿਰ ਬਾਅਦ ਵਿੱਚ ਮਿਲਣਾ ਹੁੰਦਾ। ਇਸ ਕਰਕੇ ਇਹ ਵੀ ਕੁਐਸਚਨ ਫਾਲਸ ਹੋ। ਅਤੇ ਅੱਗੇ ਅਸੀਂ ਸਟਾਰਟ ਕਰਾਂਗੇ ਦੁਕਾਨਾਂ ਦੇ ਬਾਰੇ ਹੀ, ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਦਾਊ ਵਗੈਰਾ ਦੀ, ਔਰ ਤੀਰ ਦੀ, ਔਰ ਜਿਹੜੇ ਬਾਕੀ ਚੀਜ਼ਾਂ ਰਹਿ ਗਈਆਂ ਦੁਕਾਨਾਂ ਦੀ, ਉਹਨਾਂ ਸਾਰਿਆਂ ਦੇ ਬਾਰੇ ਗੱਲ ਕਰਾਂਗੇ ਅਗਲੀ ਐਪੀਸੋਡ ਦੇ ਵਿੱਚ।